ਸਮਾਰਟ ਟੀਵੀ ਦੇ ਮੰਚ ਤੋਂ ਇੱਕ ਵਾਰ ਫਿਰ ਆਪਾਂ ਆਪ ਜੀ ਨੂੰ ਅੱਜ ਦੇ ਜੋ ਵੱਖਰਾ ਮਸਲਾ ਕਿਸਾਨੀ ਅੰਦੋਲਨ ਦਾ ਪੰਜਾਬ ਅੰਦੋਲਨ ਦਾ ਚੱਲ ਰਿਹਾ ਉਸ ਬਾਰੇ ਚਰਚਾ ਕਰਾਂਗੇ। ਸਾਡੇ ਦਰਮਿਆਨ ਅਨੰਦਪੁਰ ਸਾਹਿਬ ਦੀ ਪ੍ਰਤਿਭਾਵਾਨ ਸ਼ਖਸੀਅਤ ਸੋਢੀ ਵਿਕਰਮ ਸਿੰਘ ਜੀ ਹਾਜ਼ਰ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਜੋ ਹਾਲਾਤ ਬਣਦੇ ਨੇ ਕਿਸ ਪਾਸੇ ਜਾ ਰਹੇ ਨੇ ਅਤੇ ਕਿਸ ਪਾਸੇ ਜਾਣਾ ਚਾਹੀਦਾ। ਸੋ ਸੋਢੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੜੇ ਦਿਨਾਂ ਤੋਂ ਉਮੀਦ ਸੀ ਕਿ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇਹਦੇ ਜੋ ਮੁੱਦੇ ਉੱਭਰ ਕੇ ਸਾਹਮਣੇ ਆਏ ਨੇ ਉਸ ਬਾਰੇ ਪੰਜਾਬ ਸਰਕਾਰ ਆਪਣਾ ਸੈਸ਼ਨ ਸੱਦੇ ਅਤੇ ਇਹਨਾਂ ਬਿੱਲਾਂ ਨੂੰ ਰੱਦ ਕਰੇ। ਪੰਜਾਬ ਸਰਕਾਰ ਨੇ 20 ਤਰੀਕ ਨੂੰ ਬਿੱਲ ਪੇਸ਼ ਕਰ ਦਿੱਤੇ। ਸਾਰਿਆਂ ਨੇ ਇਕੱਠੇ ਹੋ ਕੇ ਰਾਜਪਾਲ ਨੂੰ ਮੈਮੋਰੰਡਮ ਦਿੱਤਾ ਜੀ, ਬੀਜੇਪੀ ਦੇ 2 ਲਾਭ ਛੱਡ ਕੇ, ਪਰ ਮਸਲਾ ਫਿਰ ਹੱਲ ਨਹੀਂ ਹੋਇਆ। ਕਿਸਾਨ ਅੰਦੋਲਨ ਉਸ ਤਰ੍ਹਾਂ ਹੀ ਚੱਲ ਰਿਹਾ ਹੈ। ਸ਼ੰਭੂ ਬਾਰਡਰ 'ਤੇ ਉਸ ਤਰ੍ਹਾਂ ਲੋਕ ਬੈਠੇ ਨੇ। ਸਿਰਫ ਮਾਲ ਗੱਡੀਆਂ ਵਾਸਤੇ ਇਜਾਜ਼ਤ ਦਿੱਤੀ ਗਈ ਹੈ, ਪਰ ਮੂਲ ਮੁੱਦਾ ਤਾਂ ਮੇਰਾ ਖਿਆਲ ਹੈ ਇਹਨਾਂ ਬਿੱਲਾਂ 'ਚ ਐਡਰੈਸ ਹੋਇਆ ਹੀ ਨਹੀਂ ਫਿਰ, ਕਿਉਂਕਿ ਜਦ ਤੱਕ ਕਿਸਾਨਾਂ ਨੂੰ ਫਿਰ ਆਪਣੀ ਐਜੀਟੇਸ਼ਨ ਖਤਮ ਕਰਨੀ ਚਾਹੀਦੀ ਸੀ। ਇਹਨਾਂ ਦੇਖੋ ਜੀ, ਕੋਸ਼ਿਸ਼ ਜਿਹੜੀ ਹੈਗੀ ਆ ਹੁਣ ਪੋਲੀਟੀਕਲ ਲੈਵਲ ਦੇ ਉੱਤੇ ਇਹਨਾਂ ਨੇ ਜਿਹੜੇ ਸੋਲਿਊਸ਼ਨ ਦਿੱਤੇ ਨੇ ਪੰਜਾਬ ਸਰਕਾਰ ਨੇ, ਜਿਹੜੇ ਬਿੱਲ ਪਾਸ ਕਰਾਏ ਨੇ, ਹਾਂਜੀ, ਉਹਨਾਂ ਵਿੱਚ ਇਹਨਾਂ ਨੇ MSP ਨੂੰ ਰਿਸਟੋਰ ਕਰਨ ਦੀ ਸਭ ਤੋਂ ਜ਼ਿਆਦਾ ਇਹਨਾਂ ਨੇ ਉਹਦੇ ਵੱਲ ਧਿਆਨ ਦਿੱਤਾ, ਫੋਕਸ ਕੀਤਾ। ਅਤੇ MSP ਨੂੰ ਰਿਸਟੋਰ, ਕਿਉਂਕਿ ਇਹਨਾਂ ਦੀ ਸੋਚ ਸੀਗੀ ਕਿ ਜੇ MSP ਰਿਸਟੋਰ ਹੋ ਜਾਏਗੀ ਤਾਂ ਕਿਸਾਨ ਬਹੁਤ ਹੱਦ ਤੱਕ ਉਹਨੂੰ ਲੀਗਲ ਫਾਰਮ ਦੇਣ ਦੀ, ਕਿ MSP ਦੇ ਜਿਹੜਾ ਹੈਗਾ ਉਹਨੂੰ ਇੱਕ, ਮੇਰਾ ਮਤਲਬ ਅਸੀਂ ਉਹਨੂੰ ਲੀਗਲੀ ਇਨਫੋਰਸੇਬਲ ਕਰ ਦਾਂਗੇ। ਜਿਹੜਾ ਬੰਦਾ MSP ਤੋਂ ਘੱਟ ਜਿਹੜਾ ਦੇਗਾ ਉਹਦੇ ਉੱਤੇ ਸਜ਼ਾ 3 ਸਾਲ ਦੀ ਲੱਗ ਸਕਦੀ ਹੈ। ਹੀ ਕੈਨ ਬੀ ਇੰਪ੍ਰਿਜ਼ਨਡ। MSP ਤਾਂ ਛੋਟੀ ਜਿਹਾ ਮੁੱਦਾ ਬਹੁਤ ਅੱਗੇ ਜਾ ਕੇ ਨਿਕਲਿਆ, ਕਿਉਂਕਿ ਮੇਨ ਮੁੱਦਾ ਤਾਂ ਜਿਹੜੇ ਕੇਂਦਰ ਸਰਕਾਰ ਵੱਲੋਂ ਬਿੱਲ ਲਿਆਂਦੇ ਗਏ, ਕਾਨੂੰਨ ਬਣਾਏ ਗਏ ਜੀ, 3 ਤਰ੍ਹਾਂ ਦੇ ਕਾਨੂੰਨ ਨੇ ਨਾ ਜੀ। ਐਸੈਂਸ਼ੀਅਲ ਕਮੋਡਿਟੀ ਐਕਟ ਹੈਗਾ, ਫਿਰ ਕੰਟਰੈਕਟ ਫਾਰਮਿੰਗ ਹੈ, ਮੰਡੀ ਨਾਲ ਸੰਬੰਧਿਤ ਹੈ। ਕੰਟਰੈਕਟ ਫਾਰਮਿੰਗ ਨੂੰ ਇਹ ਬਿੱਲ ਮੇਰਾ ਖਿਆਲ ਐਡਰੈਸ ਨਹੀਂ ਕਰਦਾ, ਕਿਉਂਕਿ 2 ਬਿੱਲ ਜਿਹੜੇ 2006 'ਚ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਆਏ ਉਹ ਮੰਡੀਆਂ ਬਾਰੇ ਸੀਗੇ, ਪਰ ਉਹਦੇ 'ਚ ਪ੍ਰਾਈਵੇਟ ਮੰਡੀਆਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ। ਪਰ ਜੋ ਪ੍ਰਾਈਵੇਟ ਮੰਡੀਆਂ ਖੋਲ੍ਹਦੇ ਸੀ ਉਹਨਾਂ ਨੂੰ ਮਤਲਬ ਕਿਸਾਨਾਂ ਨੂੰ ਸਿਕਿਉਰਿਟੀ ਸੀ ਉਹਦੇ 'ਚ। ਉਹ ਹੁਣ ਦੀ ਕਮੇਟੀ ਹੁਣ ਦੇ ਕਾਨੂੰਨ ਵਾਂਗੂ ਨਹੀਂ ਹੈ ਕਿ ਉੱਥੇ ਜੋ ਵੀ ਜਾ ਸਕਦਾ ਹੈ ਕਰ ਸਕਦਾ ਹੈ, ਦੇਰ ਵਾਜ਼ ਸਮ ਸਿਕਿਉਰਿਟੀ। ਹਾਂਜੀ, ਇਸ ਤਰ੍ਹਾਂ 2013 'ਚ ਜੋ ਪ੍ਰਕਾਸ਼ ਸਿੰਘ ਬਾਦਲ ਵੇਲੇ ਕੰਟਰੈਕਟ ਫਾਰਮਿੰਗ ਦਾ ਆਇਆ, ਜਿਹਦੇ ਨਾਲ ਫਿਰ ਸਾਡੇ ਜਿਹੜੇ ਕਾਰਪੋਰੇਟ ਸੈਕਟਰ ਪੰਜਾਬ 'ਚ ਆਇਆ, ਉੱਥੇ ਸਿਕਿਉਰਿਟੀ ਹੈ। ਪਰ ਜਿਹੜੇ ਕੇਂਦਰੀ ਕਾਨੂੰਨ ਨੇ ਉਹਨਾਂ ਦੀ ਕੋਈ ਸਿਕਿਉਰਿਟੀ ਨਹੀਂ, ਜਿਵੇਂ ਮਰਜ਼ੀ ਕਰ ਸਕਦੇ ਹੋ ਜੀ। ਇਹ ਬਿੱਲਾਂ ਦੇ ਵਿੱਚ ਤਾਂ ਐਡਰੈਸ ਹੋਏ ਨਹੀਂ, ਨਾ ਕੰਟਰੈਕਟ ਫਾਰਮਿੰਗ ਹੋਈ ਅਤੇ ਨਾ ਮੰਡੀਆਂ ਨੂੰ ਜ਼ਰੂਰ ਕਿਹਾ ਗਿਆ ਕਿ ਇਹਨਾਂ ਨੇ ਇਹ ਨਾ ਕਹਿਤਾ ਕਿ ਪੂਰਾ ਪੰਜਾਬ ਜਾ ਇੱਕ ਮੰਡੀ ਬਣ ਜਾਊਗਾ ਹੁਣ। ਪਰ ਦੂਸਰੀ ਗੱਲ ਇਹ ਵੀ ਹੈ ਨਾ ਕਿ ਜੇਕਰ MSP ਦਾ ਰਿਸਟੋਰੇਸ਼ਨ ਜਾਂ ਉਹਦੀ ਲੀਗਲ ਮਤਲਬ ਹੋ ਜਾਂਦੀ ਹੈ, ਰਾਈਟ ਮਿਲ ਜਾਂਦਾ ਹੈ, ਹਾਂਜੀ, ਪਰ ਹੁਣ ਕਿਸਾਨੀ ਦਾ ਮਸਲਾ ਤਾਂ ਹੱਲ ਨਾ ਹੋਇਆ ਜੀ। ਹਾਂ, ਇੱਕ ਕਿਸਮ ਤੇ ਇੱਕ ਸਮਝ ਲਓ ਤੁਸੀਂ ਬੈਂਡੇਡ ਲਾਤਾ ਕਿ ਜ਼ਖਮ ਹੋ ਗਿਆ ਹੈ ਕਿਸਾਨ ਪੰਜਾਬ ਦੀ, ਜ਼ਖਮ ਹੋ ਗਿਆ ਉਹਦੇ ਉੱਤੇ ਹੁਣ ਅਸੀਂ ਮਲਮ ਕਰਤੀ ਹੈ। ਜ਼ਖਮ ਦਾ ਹੱਲ ਨਹੀਂ ਹਜੇ ਕੀਤਾ। ਹਜੇ ਪੂਰਾ ਜਿਹੜਾ ਹੈਗਾ ਅਸੀਂ ਉਹ ਉਹਦੇ ਵਿੱਚ ਡੂੰਘ ਦੇ ਤਰੀਕੇ ਨਾਲ ਗਏ ਹਾਂ, ਇਨ ਡੈਪਥ ਨਹੀਂ ਅਸੀਂ ਸੋਚਿਆ। ਜਿਹੜੀ ਬਿਮਾਰੀ ਨਹੀਂ ਲੱਭੀ, ਬਿਮਾਰੀ ਨਹੀਂ ਲੱਭੀ, ਹਜੇ ਇਲਾਜ ਜਿਹੜਾ ਟੈਂਪਰੇਰੀ ਇਲਾਜ ਕਰਤਾ ਕਿ ਹਜੇ ਅਸੀਂ ਬਿਮਾਰੀ ਵੱਲ ਬਾਅਦ ਸੋਚਾਂਗੇ, ਪਰ ਪਹਿਲਾਂ ਤਾਂ ਅਸੀਂ ਮਲਮ ਤਾਂ ਲਾ ਲਓ। ਪਰ ਇਹ ਤਾਂ ਜਿਸ ਢੰਗ ਦਾ ਇਹ ਸੈਂਸਿਟਿਵ ਮੁੱਦਾ ਹੈਗਾ ਜੀ, ਔਰ ਜਿਸ ਢੰਗ ਦੇ ਨਾਲ ਇਹ ਪੰਜਾਬ ਦੇ ਲੋਕ ਆਪਣੀ ਅਣਖ ਨੂੰ ਨਾਲ ਲੈ ਕੇ ਚੱਲ ਰਹੇ, ਇਤਿਹਾਸ ਨਾਲ ਬੋਲ ਰਿਹਾ ਹੈ, ਉਸ ਨਾਲ ਮੈਂ ਲਿਖਿਆ ਇਹ ਨਵੇਂ ਤਜਰਬੇ ਨਹੀਂ ਕਰਨੇ ਚਾਹੀਦੇ, ਕਿਉਂਕਿ ਮੁੱਦਾ ਬੜਾ ਸੈਂਸਿਟਿਵ ਹੈ। ਹੁਣ ਇਹਨਾਂ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਮਹਿਜ਼ ਇਸ ਤਰੀਕੇ ਨਾਲ ਆਪਣਾ ਪੋਲੀਟੀਕਲ ਗੇਨ ਲੈਣ ਵਾਸਤੇ ਕਰ ਲੈਣ ਤਾਂ ਮੇਰਾ ਖਿਆਲ ਉਹਦੇ ਨਾਲ ਕੀ ਪੰਜਾਬ ਦਾ ਮਸਲਾ ਜਿਹੜਾ ਹੈ ਉਹ ਅਣਖ ਦਾ ਬਣ ਗਿਆ। ਹੁਣ ਪੰਜਾਬ ਦੀ ਹੋਂਦ ਦਾ ਮਸਲਾ ਜਿਹੜਾ ਹੁਣ ਸਿਰਫ ਕਿਸਾਨੀ ਨਾਲ ਨਹੀਂ ਜੁੜਦਾ, ਪੰਜਾਬ ਦੀ ਹੋਂਦ ਨਾਲ ਜੁੜਦਾ, ਕਿਉਂਕਿ ਹੁਣ ਸਿਰਫ ਕਿਸਾਨ ਤਾਂ ਜੁੜਦਾ ਹੀ ਹੈ, ਕਿਉਂਕਿ ਕਿਸਾਨ ਸਭ ਤੋਂ ਪਹਿਲਾਂ ਇਫੈਕਟਡ ਹੈਗਾ। ਪਰ ਕਿਸਾਨ ਜਦੋਂ ਇਫੈਕਟ ਹੁੰਦਾ ਹੈ, ਜਦੋਂ ਕਿਸਾਨ ਦੇ ਉੱਤੇ ਬੁਰਾ ਅਸਰ ਪੈਂਦਾ ਹੈ, ਐਡਵਰਸ ਇਫੈਕਟ ਆਉਂਦਾ ਹੈ, ਉਦੋਂ ਸਾਰੀ ਪੰਜਾਬ ਦੀ ਸੋਸਾਇਟੀ ਇਫੈਕਟ ਹੋ ਜਾਂਦੀ ਹੈ। ਹੁਣ ਸਾਰੀ ਪੰਜਾਬ ਦੇ ਜਿਹੜੇ ਵਸਿੰਦੇ ਹੈ, ਸਭ ਨੂੰ ਪਤਾ ਲੱਗ ਗਿਆ ਕਿ ਇਸ ਕਿਸਾਨੀ ਮਾਰ ਦੇ ਨਾਲ ਇਹ ਤਾਂ ਫਾਇਦਾ ਹੋਇਆ, ਕਿਉਂਕਿ ਇਹ ਜੋ ਐਜੀਟੇਸ਼ਨ ਚੱਲੀ ਹੈ ਉਹਦੇ ਨਾਲ ਸਾਰਾ ਪੰਜਾਬ ਜੁੜ ਗਿਆ। ਕਿਸਾਨੀ ਜਿਹੜੀ ਹੈ ਫੋਕਸ 'ਚ ਆ ਗਈ, ਬਿਲਕੁਲ ਸੈਂਟਰ 'ਚ ਆ ਗਈ। ਪਰ ਹੁਣ ਜਾ ਰਹੀ ਸੀ ਪੋਲੀਟਿਕਸ ਵੀ, ਸਾਡੀ ਆਰਥਿਕਤਾ ਵੀ, ਸਾਡੇ ਜਿਹੜੇ ਪਿੰਡਾਂ ਦੇ ਸ਼ਹਿਰਾਂ ਦੇ ਰਿਲੇਸ਼ਨਸ ਨੇ, ਉਹ ਕਿਸਾਨੀ ਮੁੱਦਾ ਤਾਂ ਬਹੁਤ ਵੱਡੀ ਛੇਤੀ ਨੂੰ ਭਰਿਆ। ਇਹਦੇ ਨਾਲ ਸਗੋਂ ਇੱਕ ਬੜੀ ਪੋਜ਼ੀਟਿਵ ਜਿਹੜੀ ਹੈਗੀ ਹੈ, ਬਹੁਤ ਹੀ ਪੋਜ਼ੀਟਿਵ ਡਿਵੈਲਪਮੈਂਟ ਹੋ ਗਈ ਹੈ ਕਿ ਹੁਣ ਸਾਰੇ ਬੰਦੇ ਆਪਣੇ ਆਪ ਨੂੰ ਕਿਸਾਨੀ ਨਾਲ ਜੁੜਦੇ ਪਏ ਨੇ।
ਕਿਉਂ ਉਹਨਾਂ ਨੂੰ ਸਮਝ ਆ ਗਈ ਹੈ। ਲੋਕਾਂ ਨੂੰ ਜਿਹੜਾ ਛੋਟਾ ਵਪਾਰੀ ਹੈਗਾ ਹੈ, ਇੰਡਸਟਰੀ ਹੈਗੀ ਹੈ, ਪੱਲੇਦਾਰ ਜਿਹੜੇ ਪੱਲੇਦਾਰ ਹੈ, ਮਜ਼ਦੂਰ ਨੇ, ਕਿਰਤੀ ਬੰਦੇ ਨੇ, ਸਾਰੇ ਉਹ ਸਾਰੇ ਜੋ ਉਹਨਾਂ ਨੂੰ ਪਤਾ ਕਿ ਕਿਸਾਨੀ ਦੇ ਉੱਤੇ ਸਾਡੀ ਦਰਮਦਾਰ ਹੈਗਾ ਪੂਰਾ, ਉਹ ਸਾਡੀ ਰੋਜ਼ੀ ਐਜੀਟੇਸ਼ਨ ਦਾ ਮਤਲਬ ਪੋਜ਼ਿਟਿਵ ਐਸਪੈਕਟ ਨਿਕਲ ਗਿਆ ਕਿ ਐਸੇ ਹੁਣ ਐਜੀਟੇਸ਼ਨ ਦੇ ਨਾਲ ਹੁਣ ਇੱਕ ਤਾਂ ਹੁਣ ਜਿਹੜਾ ਧਾਰਮਿਕ ਤੌਰ ਦਾ ਜਿਹੜਾ ਵੀ ਹੈਗਾ ਮਸਲੇ ਨਾ, ਉਹ ਵੀ ਮੇਰੇ ਹਿਸਾਬ ਨਾਲ ਥੋੜ੍ਹੇ ਜਿਹੇ ਪਿੱਛੇ ਹਟ ਗਏ ਨੇ, ਕਿਉਂਕਿ ਇਹਦੇ ਨਾਲ ਸਾਰੇ ਵਰਗ ਜੁੜ ਗਏ ਨੇ। ਹੁਣ ਕਿਸੇ ਨੇ ਕੋਈ ਇਹ ਨਹੀਂ ਸੋਚਦਾ ਪਿਆ ਕਿ ਮੈਂ ਹਿੰਦੂ ਹਾਂ ਜਾਂ ਮੈਂ ਮੁਸਲਮਾਨ ਹਾਂ ਜਾਂ ਮੈਂ ਕ੍ਰਿਸਚਨ ਹਾਂ ਜਾਂ ਮੈਂ ਸਿੱਖ ਹਾਂ। ਹੁਣ ਇਹ ਜਿਹੜਾ ਬਹੁਤ ਹੀ ਪੋਜ਼ਿਟਿਵ ਆ ਗਿਆ ਕਿ ਹੁਣ ਸਾਰਿਆਂ ਨੇ ਆਪਣੇ ਆਪ ਨੂੰ ਪੰਜਾਬੀ ਲਿਖਾਉਣਾ ਸ਼ੁਰੂ ਕਰਤਾ ਤੇ ਪੰਜਾਬੀ ਕਹਾਣਾ ਸ਼ੁਰੂ ਕਰਤਾ, ਮਾਣ ਮਹਿਸੂਸ ਪੰਜਾਬੀ ਗੌਰਵ ਆ ਗਿਆ। ਉਹ ਇਹਦੇ ਨਾਲ ਅਸੀਂ ਇਹਦੇ ਪੋਜ਼ਿਟਿਵ ਵੱਲ ਜੇ ਦੇਖੀਏ ਤੇ ਦਿਸ ਇਜ਼ ਦਾ ਰਿਜ਼ਲਟ ਆਫ ਜਿਹੜੇ ਸੈਂਟਰਲ ਸਰਕਾਰ ਦੇ ਨਾਲ ਸਾਡੇ ਨਾਲ ਜੋ ਕਾਨੂੰਨ ਨੇ ਦਿੱਤੇ, ਉਹਨਾਂ ਨੇ ਧੱਕਾ ਕੀਤਾ, ਜੋ ਰਿਐਕਟ ਕੀਤਾ, ਉਹਦੀ ਰਿਐਕਸ਼ਨ ਜਿਹੜੀ ਹੋਈ ਹੈ ਬੜੀ ਪੋਜ਼ਿਟਿਵ ਰਿਐਕਸ਼ਨ ਹੋਈ ਹੈ, ਕਿਉਂਕਿ ਪੰਜਾਬ ਇਕੱਠਾ ਹੋ ਗਿਆ ਹੁਣ। ਪਰ ਜਿਵੇਂ ਆਪਾਂ ਬਿੱਲਾਂ ਦੀ ਗੱਲ ਕਰ ਰਹੇ ਸੀ ਸੋਢੀ ਸਾਹਿਬ, ਹਾਂਜੀ, ਇਹ ਬਿੱਲ ਤਾਂ ਚਲੇ ਗਏ ਰਾਜਪਾਲ ਸਾਹਿਬ ਕੋਲ। ਰਾਜਪਾਲ ਕਿਉਂਕਿ ਇਹ ਜਿਹੜਾ ਬਿੱਲ ਦਾ ਜਿਸ ਤਰੀਕੇ ਨਾਲ ਹੋਇਆ ਹੈ, ਕਿਉਂਕਿ ਕੰਕਰੈਂਟ ਲਿਸਟ ਔਰ ਸਟੇਟ ਲਿਸਟ ਤੋਂ ਬਾਅਦ ਜਿਹੜੀ ਹੈ ਸੈਂਟਰਲ ਲਿਸਟ ਹੈ, ਹਾਂਜੀ, ਉਹਦੇ ਵਿੱਚ ਆਉਂਦਾ ਹੈ। ਠੀਕ ਹੈ, ਕਿਉਂਕਿ ਪਾਰਲੀਮੈਂਟ ਨੇ ਪਾਸ ਕੀਤੇ ਕਾਨੂੰਨ। ਬਿਲਕੁਲ, ਪਾਰਲੀਮੈਂਟ ਦੇ ਬਿੱਲਾਂ ਨੂੰ ਇੱਕ ਸਟੇਟ ਸਟਰਕਚਰ ਜਿਹੜੀ ਅੰਡੂ ਨਹੀਂ ਕਰ ਸਕਦੀ। ਠੀਕ ਹੈ, ਇਹ ਰਾਜਪਾਲ ਸਾਹਿਬ ਰਾਸ਼ਟਰਪਤੀ ਕੋਲ ਭੇਜਣਗੇ। ਰਾਸ਼ਟਰਪਤੀ ਨੂੰ ਮਿਲਣ ਵਾਸਤੇ ਇਹਨਾਂ ਨੇ ਟਾਈਮ ਲੱਗ ਗਿਆ। ਬਿਲਕੁਲ, ਉਹਨਾਂ ਨੂੰ ਰਿਕੁਐਸਟ ਕਰਨੇ ਕਿ ਪਾਸ ਕਰੋ। ਐਂਡ ਪ੍ਰੈਜ਼ੀਡੈਂਟ ਹੈਜ਼ ਟੂ ਗੋ ਅਕੋਰਡਿੰਗ ਟੂ ਐਡਵਾਈਸ ਆਫ ਦਾ ਕਾਉਂਸਲ ਆਫ ਮਿਨਿਸਟਰਸ। ਹੁਣ ਇਹਦੇ ਵਿੱਚ ਦੇਖਣਾ ਪਏਗਾ ਕਿ ਪ੍ਰੈਜ਼ੀਡੈਂਟ ਆਪਣੇ ਆਪ ਨੂੰ, ਮੇਰਾ ਮਤਲਬ ਉਸ ਪਾਸੇ ਜਿਹੜੇ ਅਸੀਂ ਕਹੀਏ ਕਿ ਉਹ ਤੋਂ ਜਿਹੜਾ ਸੈੱਟ ਪ੍ਰੋਸੀਜਰ ਹੈ, ਬਹੁਤੀ ਉਮੀਦ ਨਹੀਂ ਹੈ, ਜਿਹੜਾ ਸੈੱਟ ਪ੍ਰੋਸੀਜਰ ਹੈ ਉਸ ਤੋਂ ਉੱਠੇਗਾ ਉੱਪਰ ਉੱਠ ਕੇ, ਜਿਹੜਾ ਕਿਉਂਕਿ ਉਹਨਾਂ ਪ੍ਰੈਜ਼ੀਡੈਂਟ ਨੂੰ ਵੀ ਆਵਾਜ਼ ਸੁਣਨੀ ਚਾਹੀਦੀ ਹੈ ਕਿ ਪੂਰੇ ਪੰਜਾਬ ਦੀ ਆਵਾਜ਼ ਹੈ। ਜੇ 115 MLA 117 ਵਿੱਚੋਂ ਇੱਕ ਰਾਏ ਦੇ ਬਣ ਗਏ ਤੇ ਉਹਦਾ ਮਤਲਬ ਹੈ ਇਟ ਇਜ਼ ਨਾਟ ਓਨਲੀ ਕੰਸੈਂਸਸ, ਇਟ ਇਜ਼ ਅ ਬਲੈਂਕੇਟ। ਠੀਕ ਹੈ, ਲੇਕਿਨ ਅੱਜ ਦੇ ਜੋ ਸਾਡਾ ਇੰਡੀਅਨ ਸਿਸਟਮ ਹੈ, ਕਨਸਟੀਟਿਊਸ਼ਨ ਦੇ ਜੋ ਡਿਮਾਂਡਸ ਨੇ, ਉਹਦੇ 'ਚ ਕੀ ਸਮਝੋ ਕਿ ਪ੍ਰੈਜ਼ੀਡੈਂਟ ਇੰਡੀਪੈਂਡੈਂਟਲੀ ਫੈਸਲਾ ਲੈ ਲਏਗਾ ਐਜ਼ ਪਰ ਦਾ ਐਡਵਾਈਸ ਆਫ ਦਾ ਕਾਉਂਸਲ ਆਫ ਮਿਨਿਸਟਰ, ਪੰਜਾਬ ਆਫ ਕਾਉਂਸਲ ਆਫ ਮਿਨਿਸਟਰ। ਇੱਕ ਤਾਂ ਹੁੰਦੀ ਹੈ ਉਮੀਦ, ਇੱਕ ਹੁੰਦੀ ਹੈ ਅਸੀਂ ਤਾਂ ਉਮੀਦ ਕਰ ਸਕਦੇ ਹਾਂ, ਇੱਕ ਹੁੰਦਾ ਹੈ ਕਿ ਅਸੀਂ ਰਿਐਲਿਟੀ ਨੂੰ ਵੀ ਫੇਸ ਕਰੀਏ। ਵਨ ਸਿਨਾਰੀਓ ਇਸ ਕਿ ਪ੍ਰੈਜ਼ੀਡੈਂਟ ਅਪਰੂਵ ਕਰ ਦਿੰਦਾ ਹੈ, ਦੈਨ ਵੀ ਆਰ ਔਨ ਬੈਟਰ ਵਿਕਟ। ਜੇ ਪ੍ਰੈਜ਼ੀਡੈਂਟ ਉਹਨੂੰ ਅਪਰੂਵ ਨਹੀਂ ਕਰਦਾ ਫਿਰ ਤਾਂ ਬੜਾ ਦੈਨ ਵੀ ਹੈਵ ਅਦਰ ਸੈਂਟਰ ਸਟੇਟ ਰਿਲੇਸ਼ਨ ਦਾ ਕ੍ਰਾਈਸਿਸ ਹੈਗਾ। ਦੈਨ ਦੋਨੋਂ ਤਾਂ ਟਕਰਾਅ 'ਚ ਆ ਗਏ। ਜਦੋਂ ਹੁਣ ਇਹ ਟਕਰਾਓ ਇੱਕ ਵਾਰੀ ਐਸਾ ਗੰਭੀਰ ਟਕਰਾਅ ਹੋ ਜਾਂਦਾ ਹੈ ਤੇ ਫਿਰ ਤੁਹਾਡੇ ਕੋਲ ਇੱਕੋ ਚਾਰਾ ਰਹਿ ਜਾਂਦਾ, ਤੁਹਾਨੂੰ ਫਿਰ ਕੋਰਟ ਦੇ ਜਿਹੜੇ ਦਰਵਾਜ਼ੇ, ਫਿਰ ਤਾਂ ਨੈਚੁਰਲੀ ਹੈ ਕਿ ਸੈਂਟਰ ਗਵਰਨਮੈਂਟ ਜਾਏਗੀ ਜਾਂ ਇੰਡੀਅਨ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਜਾਏਗੀ, ਕੋਰਟ ਚਲੀ ਜਾਏਗੀ। ਕੋਰਟ ਚਲ ਜਾਣਗੇ ਕਿ ਸਾਰਾ ਜਿਹੜਾ ਐਜੂਕੇਸ਼ਨ ਦਾ ਜੋ ਮੁੱਦੇ ਹੈਗੇ ਨੇ, ਇੱਕ ਤਰ੍ਹਾਂ ਦਾ ਕੋਰਟ ਜਾਣ ਦਾ ਰਸਤਾ ਸਾਫ਼ ਹੋ ਰਿਹਾ ਹੈ, ਰਸਤਾ ਸਾਫ਼ ਹੋ ਜਾਏਗਾ। ਪਰ ਕੋਰਟ ਦਾ ਤੁਹਾਨੂੰ ਪਤਾ ਹੀ ਹੈ ਪ੍ਰੋਸੈਸ ਜਿਹੜਾ ਹੈਗਾ, ਪ੍ਰੋਸੈਸ ਜਿਹੜਾ ਸਾਡਾ ਲੀਗਲ ਪ੍ਰੋਸੈਸ ਹੈ ਬੜਾ ਲੰਬਾ ਪ੍ਰੋਸੈਸ ਹੈ। ਕਦੋਂ ਤੱਕ ਜਿਹੜੀ ਹੈ ਇਹ ਮਸਲੇ ਜਿਹੜੇ ਹੈਗੇ ਨੇ ਅੱਜ ਮਰਨ ਮਰਾਨ ਦੇ ਮਸਲੇ ਹੈਗੇ ਆ। ਫਿਰ ਅਸੀਂ ਪੰਜਾਬ ਦੀ ਜਿਹੜੀ ਐਜੀਟੇਸ਼ਨ ਚੱਲ ਰਹੀ ਕਿਸਾਨਾਂ ਦੀ ਜੀ, ਉਹਦਾ ਕੀ ਭਵਿੱਖ ਦੇਖਦੇ ਆ? ਵਟ ਦੇ ਥਿੰਕ ਕਿ ਇੱਕ ਪਾਸੇ ਬਿੱਲ ਆ ਗਏ, ਉਹਦੇ ਕਿਸਾਨ ਕੋਈ ਕਹਿੰਦੇ ਨੇ ਕਿ ਪੰਜਾਬ ਸਰਕਾਰ ਨੇ ਇੱਕ ਹਿੰਮਤ ਕੀਤੀ ਜੀ, ਨੋ ਡਾਊਟ ਕਿ ਸਾਰਿਆਂ ਨੂੰ ਇਕੱਠੇ, ਮਤਲਬ ਉਹ ਜਿਹੜੇ ਬਾਹਰ ਲੜਦੇ ਪਏ ਸੀ ਕਿਤੇ ਪਹਿਲਾਂ 24 ਘੰਟੇ ਪਹਿਲਾਂ ਇੱਕ ਦੂਜੇ ਨਾਲ ਲੜ ਰਹੇ ਸੀ, ਸਾਰੀ ਪਾਰਟੀ, ਤਿੰਨ ਪਾਰਟੀ ਮੁੱਖ ਸਾਰੀਆਂ ਇਕੱਠੀਆਂ ਹੋ ਗਈਆਂ, ਸਾਰੀ ਇਕੱਠੇ ਹੋ ਕੇ ਕਿਸਾਨਾਂ ਡਰਦੇ, ਕਿਸਾਨਾਂ ਤੋਂ ਦੇ ਗੁੱਸੇ ਡਰਦੇ ਹੋ ਕੇ ਨਾ ਉੱਥੇ। ਬਿਲਕੁਲ, ਆਪਾਂ ਦੇਖੀਏ ਬਿਲਕੁਲ ਹੁਣ ਬਾਹਰ ਆ ਕੇ ਫੇਸ ਦਾ ਵਿਰੋਧ ਕਰਦੀਆਂ ਨੇ। ਇੱਕ ਤਾਂ ਪੋਲੀਟੀਕਲ ਮਾਈਲੇਜ ਲੈਣ ਵਾਸਤੇ ਵੀ ਦੌੜ ਲੱਗੀ ਹੈ ਨਾ ਜੀ, ਕਿਉਂਕਿ ਕਿਸਾਨ ਜਥੇਬੰਦੀਆਂ ਆਪਣੇ ਤੌਰ 'ਤੇ ਸੰਘਰਸ਼ ਕਰ ਰਹੀਆਂ ਨੇ, ਨੌਜਵਾਨ ਔਰ ਹੋਰ ਜਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਨੇ, ਨਵੇਂ ਲੀਡਰ ਪੈਦਾ ਹੋ ਰਹੇ ਨੇ ਯੂਥ ਦੇ ਵਿੱਚ, ਉਹਨਾਂ ਉਹ ਸ਼ੰਭੂ ਬੈਠੇ ਹੋਏ ਨੇ, ਸ਼ੰਭੂ ਤੱਕ ਜੋ ਜਾ ਰਹੇ, ਕਿਉਂਕਿ ਉੱਥੇ ਇੱਕ ਤਰ੍ਹਾਂ ਦਾ ਸਿੱਖ ਜਿਹੜਾ ਇਤਿਹਾਸ ਦਾ ਜਿਹੜੇ ਵਰਤਾਰੇ ਵਾਪਰੇ ਨੇ ਜੀ, ਸ਼ੰਭੂ ਬਾਰਡਰ ਦੇ ਵਿੱਚ ਇਸ ਨੂੰ ਇੱਕ ਸਿੱਖੀ ਦਾ ਰੰਗ ਦਿੱਤੀ ਜਾ ਰਹੀ ਹੈ, ਸੰਘਰਸ਼ ਜਿਹੜੇ ਜਾ ਰਹੇ। ਬਿਲਕੁਲ, ਹੁਣ ਤਰ੍ਹਾਂ ਦਾ ਕਿਸਾਨ ਸੰਘਰਸ਼ ਐਂਡ ਔਰ ਨਹੀਂ ਮੈਂ ਕਹਾਂਗਾ ਐਂਡ ਸ਼ੰਭੂ ਬਾਰਡਰ ਮੋਰਚਾ, ਇਹਦੇ 'ਚੋਂ ਆਪਾਂ ਕੀ ਕੋਈ ਆਲਟਰਨੇਟਿਵ ਲੀਡਰਸ਼ਿਪ ਨਿਕਲ ਸਕਦੀ ਹੈ, ਆਲਟਰਨੇਟਿਵ ਪੋਲੀਟਿਕਸ ਦਾ ਵੀ ਚੱਲ ਪਈ ਹੈ। ਪਰ ਇਸ ਬਾਰੇ ਫਿਰ ਗੱਲ ਕਰਾਂਗੇ। ਮੈਂ ਮਹਿਸੂਸ ਕਰਦਾ ਸੋਢੀ ਸਾਹਿਬ, ਜਿਹੜਾ ਇਹ ਕਿਸਾਨੀ ਮਸਲਾ ਹੈ ਜੀ, ਇਹ ਬਿੱਲਾਂ ਨਾਲ ਹੱਲ ਹੋ ਜਾਏਗਾ ਕੀ? ਤੁਸੀਂ ਕਿਸਾਨੀ ਨੂੰ ਐਡਰੈਸ ਕਰਨਾ ਪਏਗਾ ਨਾ, ਕਿਸਾਨੀ ਦੇ ਮਸਲੇ ਕੀ ਅਲਟੀਮੇਟਲੀ ਜਿਹੜਾ ਹੈਗਾ ਨਾ, ਘੁੰਮ ਫਿਰ ਕੇ ਸਾਨੂੰ ਮਸਲੇ ਜਿਹੜੇ ਆ ਇਹਨਾਂ ਨੂੰ ਪੰਜਾਬ ਨੂੰ ਇਹਦਾ ਸੁਝਾਅ ਲੱਭਣਾ ਪਊਗਾ। ਅਤੇ ਪੰਜਾਬ ਦੇ ਵਾਸਤੇ ਸਾਡੇ ਕੋਲ ਹੁਣ ਕੀ ਜਿਹੜੀਆਂ ਆਧਾਰ ਕਿੱਥੋਂ ਅਸੀਂ ਇਹਦਾ ਸੋਲਿਊਸ਼ਨ ਲੱਭ ਸਕਦੇ ਹਾਂ, ਇਹਦੇ ਬਾਰੇ ਸੋਚਣਾ ਪਊਗਾ। ਕਿ ਸੋਲਿਊਸ਼ਨ ਤਾਂ ਇਹਨਾਂ ਨੇ 2006 ਦੇ ਵਿੱਚ ਜੋ ਸਵਾਮੀਨਾਥਨ ਰਿਪੋਰਟ ਆਈ ਸੀ, ਸਵਾਮੀਨਾਥਨ ਰਿਪੋਰਟ ਨੂੰ ਇੱਕ ਤਾਂ ਇਹਨਾਂ ਨੇ ਲਾਗੂ ਨਹੀਂ ਕੀਤਾ।
ਨਹੀਂ ਉਹਦੀ ਤਾਂ ਕਈ ਮਤਲਬ ਸਿਕਿਉਰਿਟੀ ਆਫ ਫਾਰਮਰਸ ਹੈ, ਇਰੀਗੇਸ਼ਨ ਹੈ, ਇੰਸ਼ੋਰੈਂਸ ਹੈ, ਡਾਈਵਰਸਿਫਿਕੇਸ਼ਨ ਹੈ। ਲੇਕਿਨ ਉਹ ਮੈਂ ਦੇਖਦਾ ਬੜੀ ਵੱਡੀ ਗੱਲ ਕੀਤੀ ਸਵਾਮੀਨਾਥਨ ਰਿਪੋਰਟ 'ਚ, ਤੁਸੀਂ ਪੜ੍ਹੇ ਮੈਂ ਵੀ ਦੇਖਿਆ ਕਿ ਉਹਦੇ 'ਚੋਂ ਕਹਿੰਦਾ ਵੀ ਜਿਹੜੀ ਕਿਸਾਨ ਇਨਪੁਟ ਦਿੰਦਾ ਹੈ, ਜ਼ਮੀਨ ਦੀ ਕਾਸਟ ਹੈ, ਬੀਜਾਂ ਦੀ ਕਾਸਟ ਹੈ, ਉਹਦੀ ਫਾਰਮਿੰਗ ਕਰਦਾ ਹੈ, ਜੋ ਲੇਬਰ ਕਰਦਾ ਹੈ ਉਹਦੇ ਘਰ ਦੇ ਬੱਚੇ ਜਾਂ ਆਪ ਡਿਲੀਵਰ ਕਰਦਾ, ਉਹ ਲੇਬਰ ਤੁਹਾਨੂੰ ਪਾਈ ਨਹੀਂ MSP 'ਚ, ਉਹਨੂੰ ਇਗਨੋਰ ਕੀਤਾ ਹੈ। ਇਹੀ ਤਾਂ ਸੈਂਟਰਲ ਸਰਕਾਰ ਦੀ ਘਾਟ ਹੈ ਤੇ ਬਹੁਤ ਘੱਟ ਲੋਕ ਇਹਨੂੰ ਸਮਝਦੇ ਨੇ ਕਿ ਜਿਹੜਾ C2 ਫਾਰਮੂਲਾ ਸੀਗਾ ਉਹਨੇ ਸਾਰੇ ਇਨਪੁਟਸ ਨੂੰ ਤੇ ਫਾਰਮ ਦੇ ਜਿਹੜੀ ਲੇਬਰ ਸੀਗੀ, ਆਊਟਸਾਈਡ ਲੇਬਰ ਤੇ ਫੈਮਿਲੀ ਲੇਬਰ ਇਜ਼ ਦਾ ਕੀ ਥਿੰਗ that has to be accounted for। ਉਹਦੇ ਉੱਤੇ ਉਹਦੀ ਕੀਮਤ ਵੀ ਅਦਾ ਕਰਨੀ ਪਏਗੀ। ਹੁਣ ਮੈਂ ਜਿਹੜੇ ਸਰਕਾਰਾਂ ਤਾਂ ਹਰ ਕਹਿ ਦਿੰਦੀਆਂ ਨੇ, ਈਵਨ BJP ਨੇ ਆਪਣੀ ਮੈਨੀਫੈਸਟੋ 'ਚ ਕਿਹਾ ਕਿ ਅਸੀਂ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ, ਪਰ ਮੈਂ ਸਮਝਦਾ ਕਿ ਕੇਜਰੀਵਾਲ ਵੀ ਕਹਿ ਰਹੇ ਨੇ, ਪੰਜਾਬ ਕਾਂਗਰਸ ਵੀ ਕਹਿ ਰਹੀ ਹੈ, ਅਕਾਲੀ ਦਲ ਵੀ ਕਹਿੰਦਾ ਆਪਣੀ ਮੈਨੀਫੈਸਟੋ ਵਿੱਚ। ਇੱਕ ਤਰ੍ਹਾਂ ਦਾ ਸਵਾਮੀਨਾਥਨ ਰਿਪੋਰਟ ਨੂੰ ਫੁੱਟਬਾਲ ਬਣਾ ਦਿੱਤਾ ਗਿਆ। ਬਿਲਕੁਲ, ਹਰ ਬੰਦਾ ਉਹਦਾ ਫਾਇਦਾ ਸਾਰਾ ਉਠਾਉਣਾ ਚਾਹੁੰਦੇ ਨੇ, ਲੋਕਾਂ ਨੂੰ ਲਾਗੂ ਨਹੀਂ ਕਰਨਾ ਚਾਹੁੰਦੇ ਕਿਉਂਕਿ ਲਾਗੂ ਕਰਨ ਦੀ ਉਹਨਾਂ ਦੀ ਕੀਮਤਾਂ ਵੱਧ ਜਾਂਦੀਆਂ। ਦੇ ਵਿੱਚ ਸਵਾਮੀਨਾਥਨ ਰਿਪੋਰਟ ਲਾਗੂ ਨਹੀਂ ਹੋ ਰਹੀ, ਰਾਜਨੀਤਿਕ ਆਪਣੀ ਪੋਲੀਟੀਕਲ ਮਾਈਲੇਜ ਲੈ ਰਹੇ ਨੇ, ਔਰ ਕਿਸਾਨ ਜਿਹੜੇ ਨੇ ਸੜਕਾਂ 'ਤੇ ਬੈਠੇ ਨੇ। ਇੱਕ ਨਵਾਂ ਮੋਰਚਾ ਵੀ ਚੱਲ ਰਿਹਾ, ਬੜਾ ਗੰਭੀਰ ਪੜਾਅ ਚੱਲ ਰਿਹਾ ਹੈ। ਹੁਣ ਇਸ ਦੇ ਵਿੱਚ ਇਹਦਾ ਭਵਿੱਖ ਕੀ ਦੇਖਦੇ ਹੋ? ਵਾਟ ਇਜ਼ ਦਾ ਸਲਿਊਸ਼ਨ? ਇੱਕ ਤਾਂ ਬਿੱਲਾਂ ਨੇ ਇੱਕ ਤਰ੍ਹਾਂ ਦੀ ਮਤਲਬ ਇਹ ਕਿਸਾਨ ਜਿਹੜੇ ਨੇ ਉਹ ਕਹਿੰਦੇ ਨੇ ਕਿ ਇਹ ਸਾਡੀ ਵਿਕਟਰੀ ਹੈ ਜੀ। ਦੂਸਰੇ ਪਾਸੇ ਕਾਂਗਰਸ ਓਵਰ ਐਕਟ ਕਰਦੇ ਹੋਏ ਵੀ ਵਿਕਟਰੀ ਨਿਸ਼ਾਨੀ ਦਿਖਾ ਰਹੀ ਨੇ, ਉਹ ਪਟਾਕੇ ਚਲਾ ਰਹੇ ਨੇ। ਜੀ ਹਾਂ, ਮੈਂ ਸਮਝ ਇਹ ਕਾਹਦੀ ਜਿੱਤ ਹੋਈ ਜਿਹਦਾ ਕਿ ਜੇ ਕੋਈ ਬਿਲਕੁਲ ਧੁੰਦਲਾ ਹੈ। ਦੇਖੋ ਜੀ, ਇਹਦੇ ਵਿੱਚ ਕੋਈ ਫੋਕਸ ਨਹੀਂ ਕਰਦਾ ਪਿਆ ਹਜੇ ਤੱਕ, ਕਿਸੇ ਨੇ ਸਲਿਊਸ਼ਨ ਦੇ ਬਾਰੇ ਸੋਚਿਆ ਨਹੀਂ ਹੈਗਾ। ਹਰ ਕੋਈ ਸੋਚਦਾ ਪਿਆ ਕਿ ਅੱਜ ਦਾ ਮੁੱਦਾ ਜਿਹੜਾ ਹੈਗਾ ਇਹਦਾ ਹੱਲ ਨਿਕਲ ਗਿਆ ਜਾਂ ਇਹਦਾ ਹੱਲ, ਪਰ ਜਿਹੜਾ ਫਿਊਚਰ ਦਾ ਸਲਿਊਸ਼ਨ ਹੈਗਾ ਫਾਰਮਰਸ ਦਾ, ਨਾਲੇ ਪੰਜਾਬ ਦੀ ਅੰਖ ਦਾ ਜਾਂ ਪੰਜਾਬ ਦੀ ਹੋਂਦ ਦਾ, ਇਹਨਾਂ ਸਲਿਊਸ਼ਨ ਦੇ ਬਾਰੇ ਸੋਚਣ ਦੀ ਬਹੁਤ ਖਾਸ ਲੋੜ ਹੈ ਸਾਨੂੰ। ਤੇ ਇਹ ਸਲਿਊਸ਼ਨ ਵੈਸੇ ਹੈ। ਜੇ ਮੈਂ ਸੋਚਾਂ ਤਾਂ ਜਿਹੜਾ ਸਲਿਊਸ਼ਨ ਹੈ, ਇੱਕ ਤਾਂ ਹੈ ਕਿ ਪੰਜਾਬੀ ਕਿਸਾਨ ਨੇ ਨਾ, ਜਾਂ ਪੰਜਾਬੀ ਜਿਹੜਾ ਫਾਰਮਰ ਨੂੰ ਅਸੀਂ ਕਹਿ ਦਈਏ, ਉਹਨੇ ਆਪਣਾ DNA ਕਾਫੀ ਹੱਦ ਤੱਕ ਚੇਂਜ ਕਰ ਲਿਆ। ਗੁਰੂ ਸਾਹਿਬਾਂ ਦਾ ਫਲਸਫਾ ਜਿਹੜਾ ਸੀਗਾ, ਅਸੀਂ ਸੋਚੀਏ ਆਪ, ਜਦੋਂ ਉਦਾਸੀਆਂ ਤੋਂ ਵਾਪਸ ਆ ਗਏ ਗੁਰੂ ਨਾਨਕ ਪਾਤਸ਼ਾਹ, ਤੇ ਉਹਨਾਂ ਨੇ ਆਪਣੇ ਅਖੀਰਲੇ ਸਾਰਾ ਜਿਹੜਾ ਜ਼ਿੰਦਗੀ ਦਾ ਜਿਹੜਾ ਦੌਰ ਸੀਗਾ 18 ਸਾਲ ਕੁਛ ਮਹੀਨੇ, ਉਹਨਾਂ ਨੇ ਆਪਣਾ ਕਰਤਾਰਪੁਰ ਸਾਹਿਬ ਖੇਤੀ ਕਿਰਤ ਕਰਕੇ ਇੱਕ ਉਹਨਾਂ ਨੇ ਇੱਕ ਸਾਨੂੰ ਐਗਜ਼ਾਮਪਲ ਸੈੱਟ ਕੀਤਾ ਕਿ ਜਿਹੜੀ ਕਮਾਈ ਹੈ, ਕਿਰਤੀ ਕਮਾਈ ਜਿਹੜੀ ਹੈਗੀ ਹੈ, ਇਹੀ ਹੈ ਜਿਹੜੀ ਲੰਬੀ ਚੱਲ ਸਕਦੀ ਹੈ ਹਮੇਸ਼ਾ ਵਾਸਤੇ। ਜਦੋਂ ਅਸੀਂ ਉਸ ਕਿਰਤ ਤੋਂ ਅਸੀਂ ਪਿੱਛੇ ਹਟ ਗਏ ਹਾਂ, ਸਾਡਾ ਫਾਰਮਰ ਪਿੱਛੇ ਹਟ ਗਿਆ, ਅਸੀਂ ਕਹਿੰਦਾ ਭਾਈ ਆ ਕੇ ਕਰ ਦਊਗਾ। ਹੁਣ ਤਾਂ ਇਹ ਹਾਲਾਤ ਨੇ ਕਿ ਸਾਡਾ ਮੁੰਡੇ ਜਿਹੜੇ ਬੱਚੇ ਜਿਹੜੇ ਨੌਜਵਾਨ ਪੀੜ੍ਹੀ ਹੈ, ਉਹ ਟਰੈਕਟਰ ਚੜ੍ਹ ਕੇ ਵੀ ਨਹੀਂ ਰਾਜੀ ਹੈਗੇ। ਉਹ ਵੀ ਸੋਚਦੇ ਨੇ ਕਿ ਕੋਈ ਭਈਆ ਚਲੋ। ਇਹਦੇ ਵਿੱਚ ਜਿਹੜਾ ਤੁਸੀਂ ਥੋੜਾ ਜਿਹਾ ਮੈਂ ਕਹਿੰਦਾ ਕਿ ਥੋੜਾ ਕਰਤਾਰਪੁਰ ਮਾਡਲ ਐਕਸਪਲੇਨ ਕਰੋ। ਹਾਂ, ਕਰਤਾਰਪੁਰ ਮਾਡਲ ਦੇ ਨਾਲ ਅਸੀਂ ਜੇ ਵਾਪਸ ਜੁੜੀਏ, ਆਪਣਾ ਕਿਰਤ ਨਾਲ ਜੁੜੀਏ, ਤੇ ਉਹ ਸਾਡਾ ਬੇਸਿਕ DNA ਪੰਜਾਬੀ ਦਾ ਉਹੀ ਹੈ, ਕਿਰਤੀ ਜਿਹੜਾ ਹੈਗਾ। ਇਸ ਕਿਸਾਨ ਮੋਰਚੇ ਨੇ ਸਾਨੂੰ ਫੋਰਸ ਕਰੇਗਾ ਕਿ ਸਾਨੂੰ ਰੈਕਗਨਾਈਜ਼ ਕਰਨਾ ਕਿ ਸਾਨੂੰ ਖੁਦ ਕਿਰਤ ਕਰਨੀ ਪਊਗੀ, ਤੇ ਖੁਦ ਕਿਰਤ ਆਪਣੇ ਫਲਸਫੇ ਨਾਲ ਤੇ ਸਿੱਖੀ ਦੀ ਵਿਚਾਰਧਾਰਾ ਨਾਲ ਸਾਨੂੰ ਵਾਪਸ ਜੁੜਨਾ ਪਊਗਾ ਜੇ ਅਸੀਂ ਸੋਲੂਸ਼ਨ ਲੱਭਣੇ। ਮੈਂ ਜਦੋਂ ਪਿਛਲੇ ਸਾਲ 550ਵਾਂ ਦਿਨ ਮਨਾਇਆ ਗਿਆ ਸੀ ਦਿਵਸ, ਮੈਂ ਇੱਕ ਪੈਂਫਲੇਟ ਲਿਖਿਆ ਸੀ, ਕਰਤਾਰਪੁਰ ਮਾਡਲ ਆਫ ਕੋਐਗਜ਼ਿਸਟੈਂਸ ਆਫ ਵਰਲਡ ਕਲਚਰਸ। ਠੀਕ ਹੈ। ਦੇਖੋ, ਉਹਦੇ 4-5 ਗੱਲਾਂ ਸਪਸ਼ਟ ਹੁੰਦੀਆਂ ਨੇ ਜਿਹੜੀਆਂ ਕਿ ਕਿਸਾਨੀ ਐਜੀਟੇਸ਼ਨ ਦੇ ਨਾਲ ਰੈਲੇਵੈਂਟ ਨੇ, ਅੱਜ ਦੇ ਸਮੇਂ 'ਚ ਰੈਲੇਵੈਂਟ ਨੇ। ਇੱਕ ਸਾਂਝੀ ਖੇਤੀ, ਠੀਕ ਹੈ ਜੀ, ਕਮਿਊਨਿਟੀ, ਕਿਉਂਕਿ ਉੱਥੇ ਜਿਹੜੀ ਸਾਰੇ ਗੁਰੂ ਨਾਨਕ ਸਾਹਿਬ ਨਾਲ ਹੋ ਜਿਹੜੇ ਸਿੱਖ ਪਿੰਡ ਵਸਾਇਆ, ਸਾਰੇ ਰਲ ਕੇ ਖੇਤੀ ਕਈ ਹਜ਼ਾਰ ਕੇ ਕਿੱਲਾ ਸੀਗਾ, ਸਾਰੇ ਰਲ ਕੇ ਖੇਤੀ ਕਰਦੇ, ਸਾਂਝੀ ਖੇਤੀ। ਹਾਂਜੀ, ਸਾਂਝੀ ਖੇਤੀ। ਦੂਸਰੀ ਸੀ ਇੱਕ ਦੂਜੇ ਦਾ ਦੁੱਖ ਸੁੱਖ ਵੰਡਾਉਣਾ, ਹਾਂਜੀ, ਰਲ ਮਿਲ ਕੇ ਕੰਮ ਕਰਨਾ ਜੀ, ਤੇ ਰਲ ਮਿਲ ਕੇ ਉਸਦੀ ਮਾਰਕੀਟਿੰਗ ਕਰਨੀ। ਹਾਂਜੀ, ਕਿਉਂਕਿ ਜੋ ਕੁਛ ਵੀ ਪੈਦਾਵਾਰ ਹੁੰਦੀ ਹੈ, ਉਸਨੇ ਕਿਤੇ ਨਾ ਕਿਤੇ ਤਾਂ ਉਹ ਜਾਣਾ ਹੈ ਨਾ, ਉਹਨੂੰ ਪ੍ਰੋਫਿਟ ਆਏਗਾ ਨਾ। ਸੋ ਜਦੋਂ ਦੇਖੋ ਪਿੰਡਾਂ ਦੇ ਪ੍ਰਾਚੀਨ ਸਮੇਂ ਦੇ ਵਿੱਚ, ਹੁਣ ਤਾਂ ਨਹੀਂ ਰਿਹਾ, ਮਤਲਬ ਕਾਇੰਡ ਦੇ ਵਿੱਚ ਐਕਸਚੇਂਜ ਹੁੰਦੀ ਸੀ। ਬਿਲਕੁਲ, ਪੈਸਾ ਵਾਟਰ ਸਿਸਟਮ ਹੁੰਦਾ ਸੀ। ਹੁਣ ਅੱਗੇ ਚੱਲ ਗਿਆ ਸੀ। ਪਰ ਕਰਤਾਰਪੁਰ ਮਾਡਲ ਜਿਹੜਾ ਹੈ ਜੀ, ਉਹ ਤੁਹਾਨੂੰ ਕੋਐਗਜ਼ਿਸਟੈਂਸ ਦਾ ਮੈਸੇਜ ਦਿੰਦਾ ਹੈ। ਉਹ ਮਾਡਲ ਹਜੇ ਵੀ ਰੈਲੇਵੈਂਟ ਹੈ। ਉਹ ਸਮਾਜਿਕ ਤੌਰ ਤੇ, ਬਿਲਕੁਲ ਆਰਥਿਕ ਤੌਰ ਤੇ, ਔਰ ਪੋਲੀਟੀਕਲ ਤੌਰ ਤੇ ਉਹ ਰੈਲੇਵੈਂਟ ਹੈ। ਉਹ ਬੜਾ ਰੈਲੇਵੈਂਟ ਹੈ ਇਸ ਵੇਲੇ। ਅੱਜ ਇਸ ਲਈ ਅਸੀਂ ਗੁਰੂ ਨਾਨਕ ਦੇ ਫਲਸਫੇ ਦੀ ਗੱਲ ਕਰਦੇ ਹਾਂ, ਤਾਂ ਗੁਰੂ ਨਾਨਕ ਕਹਿੰਦਾ ਕਿ ਗੁਰਬਾਣੀ 'ਚ ਗੁਰੂ ਗ੍ਰੰਥ ਸਾਹਿਬ ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧੋ ਜਾਈ।
ਦੈਟ ਮੀਨਸ ਤੁਸੀਂ ਖਰਚ ਕਰੋ ਰਲ ਮਿਲ ਕੇ ਉਹ ਫਰਟਰਨਿਟੀ ਬ੍ਰਦਰਹੁੱਡ ਆਉਂਦੀ ਹੈ। ਹਾਂਜੀ ਹਾਂਜੀ, ਖਾਵੇ ਖਰਚ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਏ। ਦੈਟ ਮੀਨਸ ਜਦੋਂ ਕੋਈ ਪੈਸਾ, ਹਾਂਜੀ ਅੱਜ ਦਾ ਮਾਡਰਨ ਜਿਹੜਾ ਇਕੋਨਮੀ ਦਾ ਜਿਹੜਾ ਕੰਸਰਨ ਹੈ ਵੀ ਪੈਸਾ ਸਰਕਲ 'ਚ ਰਹਿਣਾ ਚਾਹੀਦਾ ਹੈ। ਹਾਂਜੀ, ਤੋਟ ਖਾਵੇ ਖਰਚ ਰਲ ਮਿਲ, ਤੋਟ ਨਾ ਆਵੇ ਵੱਧ ਹੋ ਜਾਏ। ਜਦੋਂ ਤੁਸੀਂ ਖਾਰਾ ਰਲ ਮਿਲ ਕੇ ਕਰਦੇ ਹੋ ਤਾਂ ਫਿਰ ਤੋਟ ਨਹੀਂ ਆਉਂਦੀ, ਬਿਲਕੁਲ, ਤੇ ਵਧਦਾ ਜਾਂਦਾ। ਸੋ ਇਹ ਮਾਡਲ ਕੀ ਅੱਜ ਦੇ ਜੇ ਕਿਸਾਨੀ ਦੇ ਵਿੱਚ ਤੁਸੀਂ ਮਤਲਬ ਆਪਾਂ ਲੌਂਗ ਟਰਮ ਸੋਲੂਸ਼ਨ ਜਿਹੜੀ ਆਪਾਂ ਗੱਲ ਕਰਦੇ ਹਾਂ ਬਿੱਲਾਂ ਦੀ, ਦਿਸ ਇਜ਼ ਜਾਂ ਹੋਰ ਜੋ ਵੀ ਹੈ, ਇਹ ਸ਼ਾਰਟ ਟਰਮ ਸੋਲੂਸ਼ਨਸ ਨੇ। ਹਾਂਜੀ, ਕੀ ਤੁਸੀਂ ਇਹ ਨਹੀਂ ਮਹਿਸੂਸ ਕਰਦੇ ਕਿ ਸਾਨੂੰ ਪੰਜਾਬ ਦੀ ਕਿਸਾਨੀ ਨੂੰ ਲੌਂਗ ਟਰਮ ਸੋਲੂਸ਼ਨ ਵਾਸਤੇ ਜਾਣਾ ਚਾਹੀਦਾ? ਜੇ ਅਸੀਂ ਲੌਂਗ ਟਰਮ ਸੋਲੂਸ਼ਨ, ਬਿਲਕੁਲ ਲੌਂਗ ਟਰਮ ਸੋਲੂਸ਼ਨ ਦੀ ਗੱਲ ਸਾਨੂੰ ਸੋਚਣਾ ਪਏਗਾ, ਤੇ ਸਾਨੂੰ ਉਹਦੇ ਬਾਰੇ ਸੋਲੂਸ਼ਨ ਕੱਢਣ ਵਾਸਤੇ ਸਾਨੂੰ ਫਿਰ ਆਪਣੇ ਨਾਨਕ ਸਾਹਿਬ ਦੀ ਜਿਹੜੀ ਫਿਲਾਸਫੀ ਨਾਲ ਜੁੜਨਾ ਪਏਗਾ, ਫਿਰ ਵਾਪਸ ਜੁੜਨਾ ਪਊਗਾ। ਉੱਥੋਂ ਹੀ ਸਾਨੂੰ ਸੋਲੂਸ਼ਨ ਮਿਲਣਗੇ। ਇਹ ਤੁਸੀਂ ਬਹੁਤ ਰਾਈਟਲੀ ਜਿਹੜਾ ਤੁਸੀਂ ਜਿਹੜੇ 4 ਪੁਆਇੰਟਾਂ 'ਚ ਇਹਨੂੰ ਪਾ ਦਿੱਤਾ, ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਕਰਤਾ, ਗੁਰਬਾਣੀ ਕਲੀਅਰ ਕਰਤਾ। ਇਹ ਗੁਰਬਾਣੀ ਨੇ ਵੀ ਸਾਨੂੰ ਇਹੀ ਮੈਸੇਜ ਦਿੱਤਾ ਹੈ। ਅਸੀਂ ਜੇ ਅਸੀਂ ਉਹਦੇ ਵੱਲ ਸੋਚੀਏ ਨਾ, ਤੇ ਸਿਰਫ ਮੇਰਾ ਮਤਲਬ ਇਹ ਕਹਿਣ ਨਾਲ ਕਿ ਮੈਂ ਸਿੱਖ ਹਾਂ, ਉਹਦੇ ਨਾਲ ਕੰਮ ਨਹੀਂ ਬਣਦਾ। ਕਿ ਤੁਸੀਂ ਜਿਹੜੇ ਫਲਸਫੇ ਨਾਲ ਜੁੜੋ, ਵੀ ਹੈਵ ਟੂ ਪ੍ਰੂਵ। ਤੇ ਨਾਲੇ ਨਾਟ ਓਨਲੀ ਇਹਦੇ ਵਿੱਚ ਨਾ ਜਿਹੜੇ ਕਰਤਾਰਪੁਰ ਮਾਡਲ ਦਾ ਜਿਹੜੀ ਤੁਸੀਂ ਗੱਲ ਕੀਤੀ ਹੈ, ਚਲਾਈ ਹੈ, ਕਰਤਾਰਪੁਰ ਮਾਡਲ ਵਿਲ ਬਿਕਮ ਦਾ ਮਾਡਲ ਫॉर ਨਾਟ ਓਨਲੀ ਪੰਜਾਬ, ਇਹ ਪੂਰੇ ਭਾਰਤ ਵਰਸ਼ ਦੇ ਵਿੱਚ, ਤੇ ਪੂਰੇ ਭਾਰਤ ਵਿੱਚ ਇਹੀ ਮਾਡਲ ਜਿਹੜਾ ਲਾਗੂ ਹੋ ਸਕਦਾ ਹੈ। ਇਹ ਤਾਂ ਇੰਡੀਆ 'ਚ ਵਰਲਡ ਜਾ ਸਕਦਾ ਹੈ, ਵਰਲਡ ਵਿੱਚ ਜਾ ਸਕਦਾ ਕੋਐਗਜ਼ਿਸਟੈਂਸ ਮਾਡਲ। ਹੁਣ ਦੁਨੀਆ ਵੀ ਜਿਹੜੀ ਲੱਭਦੀ ਪਈ ਹੈ ਕਿ ਸਾਨੂੰ ਕੋਈ ਐਸਾ ਮਾਡਲ ਦਿਓ ਜਿਹਦੇ ਵਿੱਚ ਅਸੀਂ ਕੋਐਗਜ਼ਿਸਟ ਕਰ ਸਕੀਏ। ਦੇਖੋ, ਮੈਂ ਜਿਹੜੀ ਕਿਤਾਬ ਲਿੱਤੀ ਸੀ ਨਾ ਸਮਾਧੀ ਵਿਸ਼ਵ ਆਰਡਰ, ਹਾਂਜੀ, ਪਿਛਲੇ ਸਾਲ ਮੇਰੀ ਆਈ ਸੀ, ਔਰ ਉਹਦੇ 'ਚ ਕਨਫੈਡਰੇਸ਼ਨ ਆਫ ਵਰਲਡ ਕਲਚਰਸ ਦਾ ਉਹਦਾ ਮੈਂ ਸੈਕੰਡ ਟਾਈਟਲ ਦਿੱਤਾ ਸੀਗਾ। ਹਾਂਜੀ, ਕਿਉਂਕਿ ਅੱਜ ਦੇ ਸਮੇਂ 'ਚ ਜਿਹੜਾ ਮਾਡਲ ਹੈ ਨਾ ਜੀ, ਉਹ ਨਾ ਅਥੋਰਿਟੇਰੀਅਨ ਚੱਲ ਸਕਦਾ ਹੈ, ਨਾ ਯੂਨਿਟਰੀ ਚੱਲ ਸਕਦਾ ਹੈ, ਫੈਡਰਲਿਸਟ ਚੱਲ ਸਕਦਾ ਹੈ, ਉਹ ਵੀ ਕਨਫੈਡਰੇਸ਼ਨ ਵਾਲਾ, ਜਿਹਦੇ 'ਚ ਕਿ ਮਤਲਬ ਇੰਡੀਆ ਦੀ ਕਨਫੈਡਰੇਸ਼ਨ ਬਣ ਸਕਦੀ ਹੈ। ਫੈਡਰੇਸ਼ਨ ਤੋਂ ਅਗਲਾ ਸਟੈਪ ਹੈ, ਬਿਲਕੁਲ ਕਨਫੈਡਰੇਸ਼ਨ ਆਫ ਵਰਲਡ ਕਲਚਰਸ ਹੈ। ਸੋ ਅਸੀਂ ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਟੱਡੀ ਮਾਡਲ ਦਿੱਤਾ ਹੋਇਆ ਹੈ। ਬਟ ਅਸੀਂ ਤਾਂ ਮਹਿਸੂਸ ਕਰਦੇ ਹਾਂ ਕਿ ਅੱਜ ਦੀ ਕਿਸਾਨੀ ਐਜੀਟੇਸ਼ਨ ਵਿੱਚੋਂ ਜੋ ਸਾਡੇ ਸਾਹਮਣੇ ਆਈਆਂ ਨੇ ਥੋੜ੍ਹੀ ਜਿਹੀ ਗੱਲਾਂ, ਕਿ ਉਸ ਦੇ ਨਾਲ ਇੱਕ ਐਸਾ ਕੋਈ ਵਰਗ ਨਹੀਂ ਵਿੱਚੋਂ ਪੈਦਾ ਹੋ ਸਕਦਾ ਕਿਸਾਨੀ ਐਜੀਟੇਸ਼ਨ ਵਿੱਚ। ਕੋਈ ਬਜ਼ੁਰਗ ਨਹੀਂ, ਮੈਂ ਦੇਖਿਆ ਸਾਰੇ ਚਿੱਟੀਆਂ ਦਾੜੀਆਂ ਵਾਲੇ ਨੇ, ਉਹਨਾਂ ਦਾ ਇੱਕ ਮਾਈਂਡ ਸੈੱਟ ਬਣਿਆ ਹੋਇਆ ਹੈ। ਉਹ ਮਾਈਂਡ ਸੈੱਟ 'ਚੋਂ ਕੀ ਨਿਕਲ ਸਕਦੇ ਨੇ? ਹੁਣ ਤੁਸੀਂ ਇਹ ਗੱਲ ਆਪ ਹੀ ਕਹਿ ਦਿੱਤੀ ਹੈ ਕਿ ਸਾਰੇ ਚਿੱਟੀਆਂ ਦਾੜੀਆਂ ਵਾਲੇ ਜਿਹੜੇ ਹੈਗੇ ਨੇ, ਮਗਰ ਉਹਨਾਂ ਤੋਂ ਨਾਲ ਤੁਸੀਂ ਦੇਖੋ ਸ਼ੰਭੂ ਬਾਰਡਰ ਦੇ ਵਿੱਚ ਜਵਾਨ ਵਰਗ ਵੀ ਬੜੀ ਜੰਗ ਬੈਠਾ ਹੈ, ਜਵਾਨ ਵੀ ਜੁੜ ਗਿਆ। ਹੁਣ ਇਸ ਐਜੀਟੇਸ਼ਨ 'ਚ ਜਿਹੜਾ ਸਾਡਾ ਜਿਹੜਾ ਯੂਥ ਹੈ, ਜਿਹਨੂੰ ਅਸੀਂ ਹਮੇਸ਼ਾ ਸੋਚਿਆ ਸੀਗਾ ਕਿ ਯੂਥ ਇੰਟਰਸਟ ਨਹੀਂ ਲੈਂਦਾ, ਹੈ ਨਾ, ਅਸੀਂ ਹਮੇਸ਼ਾ ਸੋਚਦੇ ਕਿ ਯੂਥ ਨੂੰ ਆਪਣੇ ਇਹਨਾਂ ਨੂੰ ਆਪਣੇ ਇੰਟਰਸਟ ਪ੍ਰਾਪਤੀ ਹੈ। ਹਾਂ, ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਹੁਣ ਯੂਥ ਜਿਹੜਾ ਹੈ ਉਹ ਜਾਗਰਤ ਹੋ ਗਿਆ। ਜਿਹਦਾ ਯੂਥ ਜਿਹੜਾ ਹੈ ਪੜ੍ਹਿਆ ਲਿਖਿਆ ਇਸ ਵੇਲੇ, ਉਹ ਪੁਰਾਣਾ ਯੂਥ ਨਹੀਂ ਹੈਗਾ ਜਿਹੜਾ ਸੀਗਾ ਜਿਹਨੂੰ ਨੱਕੋ ਪੜ੍ਹ ਕੇ ਜਿਹੜਾ ਦੇਖੋ ਇੱਕ ਹੋਰ ਪਰਿਵਰਤਨ ਕੀ ਆਇਆ ਹੈ ਕਿ ਜਿਹੜਾ ਸਾਡਾ ਯੂਥ ਹੈ, ਉਹ ਜਿਵੇਂ ਆਗੂਆਂ ਦੇ, ਖਾਸ ਤੌਰ 'ਤੇ ਅਕਾਲੀ ਦਲ ਦੇ, SGPC ਦੇ, ਹੋਰ ਜਿਹੜੇ ਇਸ਼ੂ ਉਹ ਦਿੱਤੇ ਨੇ, ਚਾਹੇ ਦਸਮ ਗੁਰਾਂ ਦੇ ਇਸ਼ੂ ਹੈ, ਮਰਿਆਦਾ ਦਾ ਇਸ਼ੂ ਹੈ, ਚਾਹੇ ਕਿਸੇ ਨਾ ਕਿਸੇ ਜੋ ਵੀ ਇਸ਼ੂਜ਼ ਲੈਂਦੇ ਨੇ, ਉਹਨਾਂ ਨਾਲ ਇਹਨਾਂ ਨੇ ਪਿਛਲੇ ਸਮੇਂ, ਖਾਸ ਤੌਰ ਵਿਦਵਾਨਾਂ ਨੇ ਵੀ ਇਸ ਤੋਂ ਲੱਗ ਨਹੀਂ ਕਰਦਾ, ਉਹਨਾਂ ਨੇ ਇੱਕ ਬੜੇ ਵੱਡੇ ਇੱਕ ਜਿਹੜਾ ਸਾਡਾ ਪੰਜਾਬ ਦਾ ਰੀਇਨਵੈਂਸ਼ਨ ਹੈ, ਰੀਅਸਰਸ਼ਨ ਹੈ, ਉਸ ਬਾਰੇ ਕੰਮ ਕਰਨ ਦੀ ਬਜਾਏ ਇਹਨਾਂ ਅਨਪ੍ਰੋਡਕਟਿਵ ਇਸ਼ੂਜ਼ ਵੱਲ ਦੇ ਆ ਕੇ ਸਾਡਾ ਸਮਾਂ ਨਹੀਂ ਗੁਜ਼ਾਰ। ਬਿਲਕੁਲ ਇਹਨਾਂ ਨੇ ਸਾਰਾ ਸਾਡਾ ਸਮਾਂ ਜਿਹੜਾ ਹੈਗਾ, ਸਾਰੀ ਐਨਰਜੀ ਪੰਜਾਬ ਦੀ, ਪੂਰੇ ਪੰਜਾਬ ਦੇ, ਮੇਰਾ ਮਤਲਬ ਸਾਰੀ ਸੁਸਾਇਟੀ ਦੀ ਐਨਰਜੀ ਸਾਰੀ ਚੁੱਕ ਕੇ ਇਹਨਾਂ ਨੇ ਇਹ ਵਿਵਾਦਾਂ 'ਚ ਪਾਤੀ ਹੈ। ਇਸੇ ਕਰਕੇ ਸਾਡੀ ਜਿਹੜੀ ਅੰਦਰੀ 1984 ਤੋਂ ਬਾਅਦ ਜਿਹੜੀ ਭਿੰਡਰਾਂਵਾਲਾ ਤੋਂ ਇੰਸਪਾਇਰ ਤਾਂ ਕਰਦਾ ਹੈ, ਪਰ ਜਿਹੜੇ ਆ ਗਰੁੱਪ ਇਹ ਭਿੰਡਰਾਂਵਾਲਾ ਤੋਂ ਜਾਂ ਹੋਰ ਜਿਹੜੀਆਂ ਸੰਘਰਸ਼ ਤੋਂ ਇੰਸਪਾਇਰ ਹੁੰਦੇ ਰਹੇ ਸੀ, ਉਹ ਕੋਈ ਮਾਡਲ ਨਹੀਂ ਦੇ ਸਕੇ, ਕੋਈ ਲੀਡਰਸ਼ਿਪ ਨਹੀਂ ਦੇ ਸਕੇ, ਕੋਈ ਆਰਗੇਨਾਈਜੇਸ਼ਨ ਨਹੀਂ ਦੇ ਸਕੇ। ਅੱਜ ਫਿਰ ਸਾਨੂੰ ਸ਼ੰਭੂ ਬਾਰਡਰ ਵੱਲ ਜਾਂ ਹੋਰ ਜਿਹੜੇ ਜਿਵੇਂ ਲੁਧਿਆਣੇ ਹੋਇਆ, ਮੈਂ ਲੁਧਿਆਣੇ ਤੋਂ ਬੜਾ ਇੰਪਰੈਸ ਹੋਇਆ, ਸ਼ਹਿਰੀ ਲੋਕਾਂ ਨੇ ਕਿਸੇ ਨੇ ਕੀਤਾ, ਉੱਥੇ ਨਵੀਂ ਲੀਡਰਸ਼ਿਪ ਆਏ, ਪਰਮਪਾਲ ਸਿੰਘ ਸੀਗਾ, ਭਾਈ ਵੀਰ ਸਿੰਘ ਪੋਇਟ ਸੀਗਾ, ਹੁਣ ਸਾਰੇ ਗਵਈਏ ਵੀ ਆਏ। ਸ਼ੰਭੂ ਬਾਰਡਰ 'ਤੇ ਇੱਕ ਦੀਪ ਸਿੱਧੂ ਨਾਂ ਦਾ ਮੁੰਡਾ, ਬੜਾ ਵੱਡਾ ਇੰਟੈਲੀਜੈਂਟ ਲੱਗਦਾ। ਮਤਲਬ ਸਾਨੂੰ ਇਹਨਾਂ ਵੱਲ ਹੁਣ ਦੇਖਣਾ ਪੈ ਰਿਹਾ ਵੀ ਇਹ ਕਿਵੇਂ ਨਵੀਂ ਲੀਡਰਸ਼ਿਪ ਦੇਣਗੇ। ਸੋ ਇੱਕ ਪਾਸੇ ਤਾਂ ਚਲੋ ਵੱਖਰਾ ਵਿਸ਼ਾ ਹੈ, ਇੱਕ ਪਾਸੇ ਤਾਂ ਕਿਸਾਨ ਜਥੇਬੰਦੀ ਲੀਡਰਸ਼ਿਪ ਹੈ, ਇੱਕ ਪਾਸੇ ਨਵੀਂ ਲੀਡਰਸ਼ਿਪ ਹੈ। ਇਹਦੇ 'ਚੋਂ ਕੀ ਆਪਾਂ ਨੂੰ ਇੱਕ ਰੀਇਨਵੈਂਸ਼ਨ ਆਫ ਪੰਜਾਬ ਨਿਕਲ ਸਕਦੀ ਹੈ? ਮੈਨੂੰ ਤਾਂ ਰੀਇਨਵੈਂਸ਼ਨ ਆਫ ਪੋਲੀਟਿਕਸ ਆਲਸੋ। ਮੈਨੂੰ ਪੂਰੀ ਉਮੀਦ ਹੈ ਕਿ ਸਾਨੂੰ ਹੁਣ ਪੂਰੀ ਪੰਜਾਬ ਦੀ ਪੋਲੀਟਿਕਸ ਨੂੰ ਨਾ ਰੀਡਿਫਾਈਨ ਕਰਨਾ ਪਏਗਾ। ਜਿਹੜੀਆਂ ਪੁਰਾਣੀਆਂ ਪੋਲੀਟੀਕਲ ਪਾਰਟੀਆਂ ਜਿਸ ਤਰ੍ਹਾਂ ਚੱਲਦੀਆਂ ਪਈਆਂ, ਇੱਕ ਦੂਜੇ ਦਾ ਵਿਰੋਧ ਕਰਕੇ ਥੋੜ੍ਹਾ ਬਹੁਤਾ ਨੰਬਰ ਜਾਂ ਆਪਣੇ ਜਿਹੜੇ ਚਮਕਾਉਂਦੇ ਨੇ, ਪਰ ਉਹ ਜਿਹੜਾ ਹੈਗਾ ਉਹ ਚੱਲੇਗਾ ਨਹੀਂ ਜ਼ਿਆਦਾ ਦੇਰ। ਹੁਣ ਜਿਹੜਾ ਬੰਦਾ ਸੋਲੂਸ਼ਨ ਦੇਗਾ ਨਾ, ਵੋਟਰ ਜਾਗਰਤ ਹੋ ਜਾਊਗਾ। ਜੇ ਹੋ ਰਿਹਾ ਜਾਂ ਹੋ ਜਾਏਗਾ, ਫਿਊਚਰ ਦੇ ਵਿੱਚ ਵੋਟਰ ਦੀ ਜਾਗਰਤੀ ਹੋਰ ਵਧੀ ਜਾਏਗੀ, ਅਤੇ ਵੋਟਰ ਕਿਵੇਂ ਹੋਏਗਾ?
ਸਵਾਲ ਹੈ ਵੀ ਜਿਹੜੀ ਨਵੀਂ ਲੀਡਰਸ਼ਿਪ ਹੈ, ਮਤਲਬ ਸਵਾਲ ਤਾਂ ਇਹ ਹੈ ਨਵੀਂ ਨਵੀਂ ਲੀਡਰਸ਼ਿਪ ਕੋਲ ਕੀ ਮਾਡਲਸ ਨੇ, ਕਿਹੜਾ ਉਹਦੇ ਕੋਲ ਵਿਜ਼ਨ ਹੈ। ਦੇਖੋ ਨਾ, ਵਿਜ਼ਨ ਦਾ ਕੋਈ ਲਿਆਉਣਾ ਪਏਗਾ ਨਾ ਜੀ। ਇਹ ਹਰ ਇੱਕ ਚੀਜ਼ ਜਿਹੜੀ ਆ ਪ੍ਰਿੰਸੀਪਲ ਸਾਹਿਬ ਕੀ ਹੁੰਦਾ, ਸਟੈਪ ਬਾਏ ਸਟੈਪ ਹੁੰਦੀ ਆ। ਹੁਣ ਅਸੀਂ ਪਹਿਲੀ ਗੱਲ ਜਿਹੜੀ ਹੈ ਅਸੀਂ ਤੁਸੀਂ ਜ਼ਿਕਰ ਵੀ ਕੀਤਾ ਹੈ ਸੰਤ ਭਿੰਦਰਾਂਵਾਲੇ ਉਹ ਵੀ ਇੱਕ ਸਟੈਪ ਸੀਗਾ, ਉਹ ਵੀ ਲੋੜ ਸੀਗੀ ਔਰ ਸਮੇਂ ਦੀ ਲੋੜ ਸੀਗੀ ਕਿ ਪੰਜਾਬ ਦੇ ਵਿੱਚ ਨਾਲੇ ਸਿੱਖੀ ਦੇ ਵਿੱਚ ਫਿਰ ਤੀ ਜਿਹੜਾ ਹੈਗਾ ਲੋਕਾਂ ਨੂੰ ਫਿਰ ਜੋੜਨ ਦੀ ਲੋੜ ਸੀਗੀ, ਤੇ ਇਸ ਕਰਕੇ ਉਹਨਾਂ ਨੇ ਆਪਣਾ ਜਿਹੜਾ ਰੋਲ ਅਦਾ ਕਰਤਾ। ਦੈਟ ਮੀਨਸ ਕਿ ਵੀ ਆਰ ਇਨ ਦ ਪ੍ਰੋਸੈਸ ਆਫ ਐਵੋਲੂਸ਼ਨ। ਹਾਂ, ਅਸੀਂ ਨੈਕਸਟ ਸਟੈਪ ਦੇ ਉੱਤੇ ਆ ਗਏ ਹਾਂ। ਨਵੇਂ ਐਵੋਲੂਸ਼ਨ ਜਿਹੜਾ ਸ਼ੰਭੂ ਬਾਰਡਰ ਹੈ ਇਹ ਵੀ ਇੱਕ ਸਟੈਪ ਹੈ ਐਵੋਲੂਸ਼ਨ ਹੈ। ਹਾਂ, ਮੈਂ ਇਹ ਨਹੀਂ ਕਹਿੰਦਾ ਕਿ ਦਿਸ ਇਜ਼ ਦ ਫਾਈਨਲ ਰਿਜ਼ਲਟ, ਫਾਈਨਲ ਨਹੀਂ ਹੈ, ਇਹ ਫਾਈਨਲ ਰਿਜ਼ਲਟ ਨਹੀਂ ਹੈਗਾ, ਪਰ ਇਹਦੇ ਵਿੱਚੋਂ ਲੀਡਰਸ਼ਿਪ ਨਿਕਲੇਗੀ। ਇਹਦੇ ਵਿੱਚੋਂ ਜਿਹੜੀ ਪੋਲੀਟੀਕਲ ਪਾਰਟੀਜ਼ ਦੀ ਵੀ ਥਿੰਕਿੰਗ ਚੇਂਜ ਹੋਵੇਗੀ। ਉਹਦੇ ਤੇ ਪ੍ਰੈਸ਼ਰ ਪੈ ਰਿਹਾ ਪੋਲੀਟੀਕਲ ਪਾਰਟੀਜ਼ ਦੇ ਉੱਤੇ ਕਿ ਤੁਸੀਂ ਬਦਲੋਗੇ ਜਾਂ ਯੂ ਚੇਂਜ ਔਰ ਪੈਰਿਸ਼, ਮਤਲਬ ਹੈ ਜਾਂ ਤੁਸੀਂ ਖਤਮ ਹੋ ਜਾਓ ਜਾਂ ਤੁਸੀਂ ਚੇਂਜ ਕਰੋ। ਇਹ ਦੁਨੀਆ ਦੇ ਵਿੱਚ ਹਰ ਸੁਸਾਇਟੀ ਦੇ ਨਾਲ ਇਹ ਜਿਹੜੀਆਂ ਚੁਣੌਤੀਆਂ ਆਉਂਦੀਆਂ ਨੇ, ਇਹ ਕੋਈ ਸਿਰਫ ਸਾਡੇ ਵਾਸਤੇ ਕੋਈ ਖਾਸ ਨਵੀਂ ਚੀਜ਼ ਨਹੀਂ ਹੈਗੀ। ਦੈਟ ਮੀਨ ਕਿ ਅਸੀਂ ਜਿਸ ਡਿਸਕਸ਼ਨ ਦੇ ਸਾਨੂੰ ਚੇਂਜ ਕਰਨਾ ਪਏਗਾ, ਪੋਲੀਟੀਕਲ ਪਾਰਟੀਜ਼ ਨੂੰ ਚੇਂਜ ਕਰਨਾ ਪਏਗਾ, ਸੁਸਾਇਟੀ ਨੂੰ ਚੇਂਜ ਕਰਨਾ ਪਏਗਾ, ਤਾਂ ਕਿ ਅਸੀਂ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਦੀ ਐਸਪੀਰੇਸ਼ਨ ਨੂੰ ਸਮਝੀਏ। ਹਾਂ, ਤੇ ਉਹਨਾਂ ਦੀ ਐਸਪੀਰੇਸ਼ਨ ਨੂੰ ਸਮਝ ਕੇ ਉਹਨਾਂ ਨੂੰ ਅਸੀਂ ਸੇਧ ਦਈਏ। ਉਹਨਾਂ ਦੀ ਐਸਪੀਰੇਸ਼ਨ ਨਾਟ ਪਰਸਨਲ, ਬਟ ਸੂਬੇ ਪ੍ਰਤੀ, ਪੰਜਾਬ ਪ੍ਰਤੀ। ਮਤਲਬ ਹੈ ਕਿ ਹੁਣ ਜਿਹੜੇ ਬ੍ਰੇਨ ਡਰੇਨ ਵੀ ਹੋ ਰਿਹਾ ਹੈ, ਇਹਨੂੰ ਵੀ ਰਿਵਰਸ ਕਰਨਾ ਸਾਡੀ ਇਹ ਲੋੜ ਹੈ ਕਿ ਅਸੀਂ ਹਮੇਸ਼ਾ ਲੱਖ 2 ਲੱਖ ਬੱਚਾ ਥੋੜ੍ਹਾ ਭੇਜ ਸਕਦੇ ਆਪਾਂ। ਹੋਰ ਜਿਹੜੀ ਗੱਲ ਇਸ ਐਜੂਕੇਸ਼ਨ ਨੇ ਜਾਂ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਬੜੀ ਵਧੀਆ ਦਿੱਤੀ ਹੈ ਕਿ ਜਿਹੜੀ ਆਪਾਂ ਰਾਈਟ ਆਫ ਕਰ ਬੈਠੇ ਸੀ ਪੰਜਾਬ ਦੇ ਯੂਥ ਨੂੰ, ਰਾਈਟ ਆਫ ਕਰ ਬੈਠੇ ਸੀ, ਚਲੋ ਬਾਹਰ ਚਲੇ ਗਿਆ, ਇੰਟਰਸਟ ਨਹੀਂ ਲੈਂਦੇ। ਮਤਲਬ ਇੰਨਾ ਉਹਨਾਂ ਨੇ ਅਸਰਟ ਕੀਤਾ ਆਪਣੀ ਇਸ ਐਜੂਕੇਸ਼ਨ ਦੇ ਵਿੱਚ, ਚਾਹੇ ਉਹ ਕਿਸਾਨੀ ਨਾਲ ਜੁੜੇ ਹੋਏ ਕਿਸੇ ਨਾਲ, ਇੱਕ ਪੋਜ਼ੀਟਿਵ ਆਸਪੈਕਟ ਹੈ। ਸੋ ਮੈਂ ਸਮਝਦਾ ਕਿ ਆਪਾਂ ਕੰਕਲੂਡ ਕਰਨ ਪਾਸੇ ਜਾਈਏ। ਇੱਕ ਪਾਸੇ ਤਾਂ ਥੋੜ੍ਹੀ ਜਿਹੀ ਸਥਿਤੀ ਹੈ ਲੌਂਗ ਟਰਮ ਸ਼ਾਰਟ ਟਰਮ ਸੋਲੂਸ਼ਨਸ ਦੀ, ਹਾਂਜੀ, ਉਹ ਕਰ ਲੈ, ਚਾਹੇ ਕੋਈ ਕੋਟਾ ਕਰਨਾ, ਚਾਹੇ ਸਰਕਾਰ ਕਰੇ, ਪੋਲੀਟੀਕਲ ਮਾਈਲੇਜ ਲਵੇ, ਇਹ ਹੋ ਹੀ ਜਾਏਗਾ। ਇਹਦਾ ਆਪਣਾ ਪ੍ਰੈਸ਼ਰ ਬਣ ਗਿਆ, ਇਹਦਾ ਪ੍ਰੈਸ਼ਰ ਬਣ ਗਿਆ। 1922 ਦੇ ਵਿੱਚ ਕੀ ਸਥਿਤੀ ਬਣਦੀ ਹੈ, ਕਿਉਂਕਿ ਨਵੀਆਂ ਫੋਰਸਿਸ ਕੀ ਉਹ ਆਉਂਦੀਆਂ ਨਹੀਂ ਆਉਂਦੀਆਂ, ਦੈਟ ਇਜ਼ ਡਿਫਰੈਂਟ ਮੈਟਰ। ਪਰ 1922 ਵਾਸਤੇ ਕੁਝ ਲੋਕ ਜਿਹੜੇ ਨੇ ਉਹ ਆਪਣੇ ਸਮਝਦੇ ਕਿ ਅਸੀਂ ਆਪਣੇ ਨੰਬਰ ਬਣਾ ਲੈਣੇ, ਮਾਈਲੇਜ ਲੈ ਲਈਏ ਜਾਂ ਲਵਾਂਗੇ। ਬਟ ਦੂਸਰਾ ਜਿਹੜਾ ਹੈ ਉਹ ਅਸੀਂ ਕਹਿ ਰਹੇ ਹਾਂ ਕਿ ਨਵਾਂ ਕਿਸਾਨੀ ਮਾਡਲ, ਹਾਂਜੀ, ਨਵਾਂ ਆਲਟਰਨੇਟਿਵ ਮੂਵਮੈਂਟ ਜੀ, ਨਵੀਂ ਆਲਟਰਨੇਟਿਵ ਪੋਲਿਟਿਕਸ ਜੀ, ਆਲਟਰਨੇਟਿਵ ਆਰਗੇਨਾਈਜੇਸ਼ਨਸ ਐਂਡ ਲੀਡਰਸ਼ਿਪ ਐਂਡ ਵਿਜ਼ਨ। ਸਭ ਤੋਂ ਵੱਡੀ ਗੱਲ ਹੈ ਆਲਟਰਨੇਟਿਵ ਵਿਜ਼ਨ ਫॉर ਪੰਜਾਬ। ਸੋ ਮੈਂ ਸਮਝਦਾ ਕਿ ਇਹ ਸਾਡਾ ਇਹ ਜੇ ਆਪਾਂ ਦੇਖੋ ਕਈ ਵਾਰ ਕਹਿੰਦੇ ਕਿ ਨਕਾਰਾਤਮਕ ਦ੍ਰਿਸ਼ਟੀਕੋਣ ਤੋਂ ਵੇਖਦੇ ਹਾਂ ਅਸੀਂ, ਹਰ ਕੋਈ ਨਕਾਰ ਦਿੰਦੇ ਹਾਂ, ਪਰ ਜੋ ਪੋਜ਼ੀਟਿਵ ਆਸਪੈਕਟਸ ਨੇ ਇਸ ਲਹਿਰ ਦੇ, ਉਹਨਾਂ ਨੂੰ ਮੇਰੇ ਖਿਆਲ ਹੈ ਸਾਨੂੰ ਉਭਾਰਨਾ ਚਾਹੀਦਾ। ਬਿਲਕੁਲ। ਔਰ ਜਿਸ ਢੰਗ ਦੇ ਨਾਲ ਪੰਜਾਬ ਦੀ ਪੰਥ ਦੀ ਜੋ ਸਥਿਤੀ ਬਣ ਚੁੱਕੀ ਹੈ, ਜਿਹੜੀ ਰਵਾਇਤੀ ਪਾਰਟੀਆਂ ਨੇ ਦੇਖੋ ਉਹ ਥੱਕੀਆਂ ਨਹੀਂ ਲੱਗਦੀਆਂ ਨੇ, ਉਹ ਫੇਲ ਹੋ ਗਈਆਂ। ਹੁਣ ਉਹਨਾਂ ਨੂੰ ਉਹ ਇੰਸਪਾਇਰ ਨਹੀਂ ਕਰਦੀ ਕਿਸੇ ਨੂੰ, ਕੋਈ ਲੀਡਰਸ਼ਿਪ ਇੰਸਪਾਇਰ ਨਹੀਂ ਕਰਦੀ। ਉਹ ਜਿਹੜੇ ਭਾਸ਼ਣ ਉਹਨਾਂ ਨੇ 50 ਸਾਲ ਪਹਿਲਾਂ ਦਿੰਦੇ ਪਏ ਸੀ, ਉਹੀ ਭਾਸ਼ਣ ਹੁਣ ਦੇ ਰਹੇ ਨੇ। ਈਵਨ ਧਾਰਮਿਕ ਲੀਡਰਸ਼ਿਪ ਵੀ ਸੋਢੀ ਸਾਹਿਬ ਜਿਹੜੀ ਸਾਡੀ ਸਿੱਖਾਂ ਦੀ ਹੈ ਉਹ ਵੀ ਇੰਸਪਾਇਰ ਨਹੀਂ ਕਰਦੀ ਪਈ। ਬਿਲਕੁਲ, ਉਹਨਾਂ ਦੇ ਵਿੱਚ ਵੀ ਉਹੀ ਘਾਟ ਹੈ ਕਿ ਇਹ ਸਮਝਦੇ ਨੇ ਕਿ ਇੱਕ ਭਾਸ਼ਣ ਨੂੰ ਰੱਟਣ ਦੀ ਲੋੜ ਹੈ, ਉਹੀ ਭਾਸ਼ਣ ਤੁਸੀਂ ਦਿੰਦੇ ਰਹੋ। ਤੇ ਅਕਾਲ ਤਖਤ ਸਾਹਿਬ ਵੀ ਜਿਹੜਾ ਇੰਸਪਾਇਰ ਕਰੇ, ਰੋਲ ਅਦਾ ਕਰੇ। ਜਿਹੜੀ ਵਿਦਵਾਨਾਂ ਨੇ ਕੰਮ ਕੀਤਾ ਹੋਇਆ, ਵਿਦਵਾਨਾਂ ਨੇ ਕੰਮ ਕੀਤਾ ਹੋਇਆ, ਮਗਰ ਉਹਦੇ ਵਿੱਚ ਹੁਣ ਮੇਰਾ ਮਤਲਬ ਹੈ ਹੁਣ ਕੀ ਕਦਮ ਚੁੱਕਦੀ ਹੈ ਅਕਾਲ ਤਖਤ ਸਾਹਿਬ, ਸਾਨੂੰ ਉਹਨਾਂ ਵੱਲ ਦੇਖਣਾ ਪਏਗਾ, ਕਿਉਂਕਿ ਉਹ ਵੀ ਡਾਇਰੈਕਸ਼ਨ ਦੇ ਸਕਦੇ ਨੇ, ਕਿਉਂਕਿ ਤਾਂ ਸਾਰੀ ਚੀਜ਼ ਵੇਖ ਰਹੇ ਨੇ ਜੀ, ਉਹ ਨਾ ਉਹੀ ਡਾਇਰੈਕਸ਼ਨ ਦੇ ਸਕਦੇ ਨੇ ਸਾਨੂੰ। ਮੈਂ ਸਮਝਦਾ ਕਿ ਅੱਜ ਅਸੀਂ ਜੋ ਵਿਚਾਰ ਚਰਚਾ ਕੀਤੀ ਬਹੁਤ ਸਾਡੀ ਪ੍ਰੋਡਕਟਿਵ ਫਰੂਟਫੁਲ ਰਹੀ, ਕਿ ਸਾਡੇ ਸਾਹਮਣੇ ਇਸ਼ੂਜ਼ ਸਾਡੇ ਨੇ ਬੜੇ ਸਪਸ਼ਟ ਹੋ ਗਏ ਨੇ। ਇੱਕ ਪਾਸੇ ਰਵਾਇਤੀ ਪੋਲਿਟਿਕਸ ਹੈ, ਰਵਾਇਤੀ ਪਾਰਟੀਜ਼ ਨੇ, ਰਵਾਇਤੀ ਇਸ਼ੂਜ਼ ਨੇ, ਕਿਸਾਨੀ ਨੇ ਬੜੇ ਵੱਡੇ ਇਸ਼ੂਜ਼ ਉਭਾਰ ਰਹੇ ਨੇ। ਇਸ ਨਾਲ ਬੜੀ ਪੰਜਾਬ ਦੇ ਵਿੱਚ ਨਵੀਂ ਜਾਗਰਤੀ ਪੈਦਾ ਹੋਈ ਹੈ, ਕਿਸਾਨੀ ਪ੍ਰਤੀ ਕਿਸਾਨ ਦੇ ਦਰਦ ਪ੍ਰਤੀ ਲੋਕਾਂ ਦਾ ਦਰਦ ਪੈਦਾ ਹੋਇਆ ਹੈ। ਪਰ ਇਸ ਦੇ ਨਾਲ ਜੋ ਨਵੀਂ ਲੀਡਰਸ਼ਿਪ, ਨਵੇਂ ਇਸ਼ੂ ਸਾਹਮਣੇ ਆ ਰਹੇ ਨੇ, ਉਸ ਨਾਲ ਜੋ ਕਿ ਨਵੀਂ ਸਾਡੇ ਸਾਹਮਣੇ ਇੱਕ ਸਥਿਤੀ ਬਣੀ ਹੈ, ਉਹ ਆਉਣ ਵਾਲੇ ਦਮਾਂ ਦੇ ਵਿੱਚ ਇੱਕ ਨਵੀਂ ਕਿਵੇਂ ਇਵੋਲਵ ਹੁੰਦੀ ਹੈ, ਔਰ ਕਿਸਾਨੀ ਮੋਰਚਾ ਮਹਿਜ਼ ਕੁਝ ਮੰਗਾਂ ਮਨਵਾਉਣ ਤੋਂ ਅੱਗੇ ਜਾ ਕੇ ਵੱਡਾ ਸਫ਼ਰ ਕਿਵੇਂ ਤੈਅ ਕਰਦਾ ਹੈ, ਉਹਦੇ 'ਚ ਪੰਥ ਕਿਵੇਂ ਨਵਾਂ ਸ਼ਕਤੀਸ਼ਾਲੀ ਹੋ ਕੇ ਨਿਕਲਦਾ ਹੈ, ਸਾਡੀ ਇੰਸਟੀਟਿਊਸ਼ਨ ਕਿਵੇਂ ਨਿਕਲਦੀਆਂ ਨੇ, ਨਵੀਂ ਆਲਟਰਨੇਟਿਵ ਪੋਲਿਟਿਕਸ ਕਿਵੇਂ ਨਿਕਲਦੀ ਹੈ, ਉਹ ਇੱਕ ਨਵਾਂ ਜਿਹੜਾ ਪੰਜਾਬ ਕਿਵੇਂ ਉਸਾਰ ਸਕਦੇ ਆ। ਇਹ ਮੈਂ ਸਮਝਦਾ ਕਿ ਅੱਜ ਦੇ ਸਾਡੇ ਲੋੜ ਹੈ। ਇਸ ਬਾਰੇ ਅਸੀਂ ਸੋਢੀ ਸਾਹਿਬ ਨਾਲ ਰਲ ਕੇ ਵਿਚਾਰ ਕੀਤੀ ਹੈ ਕਿ ਕਿਸ ਢੰਗ ਦੇ ਨਾਲ ਇੱਕ ਨਵਾਂ ਪੰਜਾਬ, ਇੱਕ ਨਵੀਂ ਸਥਿਤੀ 'ਚ ਪੈਦਾ ਹੋ ਕੇ ਕਿਵੇਂ ਇੱਕ ਆਪਾਂ ਰੀਇਨਵੈਂਟ ਕਰਕੇ ਜੋ ਸਮਾਂ ਹੈ, ਸਮੇਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ
ਟੈਂਪਰੇਰੀ ਜੋ ਇਸ਼ੂਜ਼ ਨੇ ਉਹ ਆਪਣੀ ਥਾਂ ਮਹੱਤਵਪੂਰਨ ਨੇ, ਸਥਾਈ ਤੌਰ 'ਤੇ ਜਿਹੜੇ ਸਾਡੇ ਪੰਜ ਸਾਹਮਣੇ ਇਸ਼ੂਜ਼ ਨੇ ਉਹਨਾਂ ਵਾਸਤੇ ਜੋ ਨਵੀਂ ਸਥਿਤੀ ਬਣੀ ਹੈ ਉਸ ਨੂੰ ਅਸੀਂ ਵੀ ਵਾਚ ਕਰਾਂਗੇ। ਆਉਣ ਵਾਲੇ ਸਮੇਂ 'ਚ ਅਸੀਂ ਜੋ ਪੰਜਾਬ ਦੇ ਸਿੱਖ ਮਾਡਲਸ ਨੇ, ਪੰਜਾਬ ਦੇ ਜੋ ਸੈਂਟਰ ਸਟੇਟ ਦੇ ਨਾਲ ਕੀ ਮਾਡਲਸ ਨੇ ਔਰ ਫੈਡਰਲਿਜ਼ਮ ਤੋਂ ਬਾਅਦ ਹੋਰ ਜਿਹੜੇ ਇਸ਼ੂਜ਼ ਨੇ ਸਾਡੇ ਉਹਨਾਂ ਬਾਰੇ ਡਿਸਕਸ ਕਰਾਂਗੇ। ਇਸ ਬਾਰੇ ਆਪ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਹਾਡੀ ਦਾ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।